ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਟੁਰੀਆਂ। ਪ੍ਰਾਕਥਨ। ਇਸ ਸ਼ਬਦ ਵਿੱਚ ਸ੍ਰੀ ਗੁਰੂ ਜੀ ਨੇ ਇਹ ਗੱਲ ਸਮਝਾਈ ਹੈ ਕਿ ਵਾਹਿਗੁਰੂ ਦੀ ਕੀਰਤੀ ਬੇਅੰਤ ਹੈ, ਹੁਕਮ ਬੇਅੰਤ ਹੈ। ਕਿਉਂਕਿ ਉਹ ਆਪ ਬੇਅੰਤ ਹੈ, ਉਹ ਸੁਤੰਤਰ ਵਰਤਦਾ ਹੈ, ਹੁਕਮ ਸੁਤੰਤਰਤਾ ਨਾਲ ਦਿੰਦਾ ਹੈ। ਕਿਸੇ ਤੋਂ ਪੁੱਛਦਾ ਤੇ ਮਸ਼ਵਰੇ ਨਹੀਂ ਲੈਂਦਾ। ਉਸ ਦੀ ਦਾਤ ਸਵੈਛੰਦ ਹੈ, ਦਾਤ ਅਮਿਤ ਹੈ। ਦੇਂਦਾ ਹੈ ਤੇ ਜੀ ਜੀ ਉਸ ਦੇ ਸ਼ੁਮਾਰ ਵਿੱਚ ਹੈ ਕਿ ਹਰੇਕ ਨੂੰ ਦਾਤ ਮਿਲੀ ਹੈ ਕਿ ਨਹੀਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ। ਆਖ ਆਖ ਮਨ ਵਾਵਣਾ, ਜਿਉ ਜਿਉ ਜਾਪੈ ਵਾਇ। ਜਿਸ ਜਿਸ ਤਰ੍ਹਾਂ ਮਨ ਹਰੀ ਕੀਰਤਨ ਵਿੱਚ ਵਜਾਇਆ ਜਾ ਸਕੇ, ਉਸ ਤਰ੍ਹਾਂ ਹਰੀ ਜਸ ਉਚਾਰਨ ਕਰ ਕਰਕੇ ਇਸ ਮਨ ਨੂੰ ਹੀ ਮਾਨੋ ਵਾਜਾ ਬਣਾ ਕੇ ਵਜਾਈਦਾ ਹੈ। ਜਿਸਨੋ ਵਾਏ ਸੁਣਾਈਐ, ਸੋ ਕੇਵਡ ਕਿਤ ਥਾਇ। ਪਰ ਅੱਲ੍ਹ ਜਿਸ ਨੂੰ ਮਨ ਵਜਾ ਕੇ ਕੀਰਤਨ ਸੁਣਾਈਦਾ ਹੈ, ਉਹ ਕਿੱਡਾ ਕੋ ਵੱਡਾ ਹੈ ਤੇ ਕਿੱਥੇ ਵਸਦਾ ਹੈ, ਇਹ ਨਹੀਂ ਜਾਣ ਸਕੀਦਾ। ਆਖਣ ਵਾਲੇ ਜੇਤੜੇ, ਸਭ ਆਖ ਰਹੇ ਲਿਵ ਲਾਇ। ਜਿਤਨੇ ਹਰੀ ਜਸ ਆਖਣ ਵਾਲੇ ਹਨ, ਉਹ ਲਿਵ ਲਾ ਕੇ ਹਰੀ ਜਸ ਆਖ ਰਹੇ ਹਨ। ਬਾਬਾ ਅੱਲ੍ਹੋ ਅਗਮ ਅਪਾਰ। ਹੇ ਬਾਬਾ, ਉਹ ਅੱਲ੍ਹ ਹੈ, ਉਹਨਾਂ ਤੋਂ ਵੀ ਅਗੰਮ ਹੈ, ਕਿਉਂਕਿ ਉਹ ਅਪਾਰ ਬੇਹੱਦ ਹੈ। ਅਰਥਾਤ ਲਿਵ ਲਾਉਣ ਵਾਲੇ ਹੱਦ ਵਿੱਚ ਹਨ ਤੇ ਉਹ ਬੇਹੱਦ ਹੈ। ਪਾਕੀ ਨਾਈ ਪਾਕ ਥਾਇ, ਸੱਚਾ ਪਰਵਦਗਾਰ ਰਹਾਉ। ਉਹ ਸੱਚਾ ਸਤ ਸਰੂਪ ਹੈ, ਉਹ ਸਰਬ ਸ੍ਰਿਸ਼ਟੀ ਦਾ ਸੱਚਾ ਪਾਲਣਹਾਰ ਹੈ। ਪਰਵਦਗਾਰ ਹੋ ਕੇ ਉਹ ਫੇਰ ਲਿਪਾਇਮਾਨ ਨਹੀਂ। ਉਸ ਦਾ ਥਾਏ ਭਾਵ ਟਿਕਾਣਾ ਸਰੂਪ ਪਵਿੱਤਰ ਹੈ, ਉਸ ਦੀ ਕੀਰਤੀ ਪਵਿੱਤਰ ਹੈ। ਭਾਵ ਉਹ ਪਰਵਦਗਾਰ ਹੋ ਕੇ ਵੀ ਸਭ ਵਿਕਾਰਤਵ ਤੋਂ ਪਾਕ ਹੈ। ਰਹਾਉ। ਤੇਰਾ ਹੁਕਮ ਨ ਜਾਪੀ ਕੇਤੜਾ, ਲਿਖ ਨਾ ਜਾਣੈ ਕੋਇ। ਇਹ ਆਖਦੇ ਸਨਮੁਖ ਅਰਦਾਸ ਵਿੱਚ ਚਲੇ ਜਾਂਦੇ ਹਨ, ਹੇ ਅੱਲਾ, ਤੇਰਾ ਸਰੂਪ ਤਾਂ ਪਾਰ ਤੇ ਅਗੰਮ ਹੈ ਹੀ, ਤਿਵੇਂ ਤੇਰਾ ਹੁਕਮ ਵੀ ਨਹੀਂ ਜਾਣਿਆ ਜਾ ਸਕਦਾ ਕਿ ਕਿਹੜਾ ਕੋ ਹੈ। ਨਾ ਹੀ ਕੋਈ ਕਹਿ ਕੇ ਤੇ ਨਾ ਕੋਈ ਲਿਖ ਕੇ ਦੱਸ ਸਕਦਾ ਹੈ। ਜੇ ਸੌ ਸਾਇਰ ਮੇਲੀਐ ਹੈ, ਤਿਲ ਨਾ ਪੁਜਾਵਹਿ ਰੋਇ। ਐਸਾ ਕਿ ਜੇ 100 ਸ਼ਾਇਰ ਇਕੱਠਾ ਕਰ ਲਵੀਏ ਤੇ ਉਹ ਕਹਿਣ ਤੇ ਲਿਖਣ ਲੱਗ ਪੈਣ, ਤਾਂ ਵੀ ਉਹ ਤੇਰੇ ਰੋਏ ਭਾਵ ਜਸ ਦੇ ਇੱਕ ਤਿਲ ਨੂੰ ਵੀ ਨਹੀਂ ਪਹੁੰਚ ਸਕਣਗੇ। ਕੀਮਤ ਕਿਨੈ ਨਾ ਪਾਈਆ, ਸਭ ਸੁਣ ਸੁਣ ਆਖਹਿ ਸੋਇ। ਸੋ ਸੱਚ ਇਹ ਹੈ ਕਿ ਅੱਜ ਤਾਈਂ ਤੇਰੀ ਕੀਮਤ ਕਿਸੇ ਨੇ ਨਹੀਂ ਪਾਈ। ਤੇਰੀ ਸ਼ੋਭਾ ਸਾਰੇ 7 ਵਕਤਿਆਂ ਤੋਂ ਸੁਣ ਸੁਣ ਕੇ ਹੀ ਆਖ ਰਹੇ ਹਨ। ਜਾਪਦਾ ਹੈ ਕਿ ਹੁਣ ਫੇਰ ਪੂਰਬ ਭਾਛੀ ਨੇ ਮੁਸਲਮਾਨ ਬਜ਼ੁਰਗਾਂ ਦੇ ਨਾਮ ਲੈ ਕੇ ਕਿਹਾ ਹੈ ਕਿ ਕਿਆ ਜੀ ਇਹ ਸਾਰੇ ਐਵੇਂ ਬ੍ਰਿਥਾ ਗਏ, ਤਾਂ ਉੱਤਰ ਦਿੰਦੇ ਹਨ, ਪੀਰ ਪੈਗੰਬਰ ਸਾਲਕ ਸਾਦਕ, ਸੋਹਦੇ ਔਰ ਸ਼ਹੀਦ। ਪੈਗੰਬਰ, ਪੀਰ, ਸਾਲਕ, ਸਿਦਕਾਂ ਵਾਲੇ ਫਕੀਰ, ਔਲੇ ਮੌਲੇ ਫਕੀਰ, ਸ਼ਹੀਦ, ਸੇਖ ਮਸਾਇਕ, ਕਾਜੀ ਮੁੱਲਾ, ਦਰ ਦਰਵੇਸ਼ ਰਸੀਦ। ਸ਼ੇਖ ਮਸ਼ਾਇਖ, ਕਾਜੀ, ਮੁੱਲਾਂ ਅਤੇ ਦਰ ਤੇ ਅਪੜੇ ਦਰਵੇਸ਼ ਵੀ ਕੀਮਤ ਨਹੀਂ ਪਾ ਸਕੇ।
ਬਰਕਤ ਤਿਨ ਕਉ ਅਗਲੀ, ਪੜਦੇ ਰਹਿਣ ਦਰੂਦ। ਉਹ ਜੋ ਅੱਲਾ ਅੱਗੇ ਅਰਦਾਸਾਂ ਕਰਦੇ ਰਹਿੰਦੇ ਸਨ, ਇਹ ਉਹਨਾਂ ਨੂੰ ਬੜੀ ਬਰਕਤ ਪ੍ਰਾਪਤ ਹੈ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਪਰ ਅੱਲਾਹ ਉਹਨਾਂ ਨੂੰ ਪੁੱਛ ਕੇ ਦੁਨੀਆ ਨਹੀਂ ਬਣਾਉਂਦਾ, ਪੁੱਛ ਕੇ ਵਿਨਾਸ਼ ਨਹੀਂ ਕਰਦਾ, ਨਾ ਹੀ ਪੁੱਛ ਕੇ ਲੇਵਾ ਦੇਵੀ ਕਰਦਾ ਹੈ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਆਪਣੀ ਕੁਦਰਤ ਦਾ ਜਾਣੂ ਉਹ ਆਪ ਹੈ, ਹਰ ਗੱਲ ਦਾ ਕਰਤੱਵ ਆਪ ਕਰਦਾ ਹੈ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਸਾਰਿਆਂ ਨੂੰ ਸਵਯੰ ਆਪਣੀ ਦ੍ਰਿਸ਼ਟੀ ਨਾਲ ਦੇਖਦਾ ਹੈ, ਤੇ ਜਿਸ ਨੂੰ ਭਾਵੇ ਉਸ ਨੂੰ ਜੋ ਚਾਹੁੰਦਾ ਹੈ ਦੇ ਦਿੰਦਾ ਹੈ। ਜਾਪਦਾ ਹੈ ਕਿ ਉਸ ਫਕੀਰ ਨੇ ਇਹ ਵੀ ਕਿਹਾ ਸੀ ਕਿ ਰੱਬ ਅਰਸ਼ 9ਵੇਂ ਅਸਮਾਨ ਤੇ ਰਹਿੰਦਾ ਹੈ, ਤੇ ਅੱਲਾਹ ਨਾਮ ਸਭ ਤੋਂ ਵੱਡਾ ਹੈ। ਉਸ ਪਰਥਾਏ ਬਚਨ ਕਰਦੇ ਹਨ, ਥਾਵਾ ਨਾਵ ਨਾ ਜਾਣੀਐ ਹੈ, ਨਾਵਾ ਕੇਵਡ ਨਾਉ। ਨਾ ਤਾਂ ਥਾਵਾਂ ਦੇ ਨਾਉ ਜਾਣ ਸਕੀਦਾ ਹੈ, ਤੇ ਨਾ ਇਹ ਜਾਣ ਸਕੀਦਾ ਹੈ ਕਿ ਨਾਵਾਂ ਵਿੱਚੋਂ ਉਸ ਪ੍ਰਭੂ ਦਾ ਨਾਮ ਕਿੱਡਾ ਵੱਡਾ ਹੈ। ਜਿੱਥੈ ਵਸੈ ਮੇਰਾ ਪਾਤਸ਼ਾਹੋ, ਸੋ ਕੇਵਡ ਹੈ ਥਾਉ। ਅਤੇ ਉਹ ਥਾਉ ਕਿੱਡਾ ਵੱਡਾ ਹੈ ਜਿੱਥੇ ਕਿ ਮੇਰਾ ਪਾਤਸ਼ਾਹ ਵਸਦਾ ਹੈ। ਉਥੇ ਤਾਂ ਅੰਬੜ ਕੋਇ ਨਾ ਸਕਈ, ਹਉ ਕਿਸਨੋ ਪੁੱਛਣ ਜਾਉ। ਪਹੁੰਚ ਹੀ ਕੋਈ ਨਹੀਂ ਸਕਦਾ, ਮੈਂ ਪੁੱਛਣ ਕਿਸ ਨੂੰ ਜਾਵਾਂ। ਵਰਨਾ ਵਰਨ ਨਾ ਭਾਵਨੀ, ਜੇ ਕਿਸੈ ਵੱਡਾ ਕਰੇ। ਵੱਡੇ ਹੱਥ ਵਡਿਆਈਆ, ਜੈ ਭਾਵੈ ਤੈ ਦੇ। ਸੋ ਵੱਡੇ ਦੇ ਹੱਥ ਵਿੱਚ ਵਡਿਆਈਆਂ ਸੁਤੰਤਰ ਵਸਦੀਆਂ ਹਨ। ਵਾਹਿਗੁਰੂ ਜੇ ਕਿਸੇ ਨੂੰ ਵੱਡਾ ਕਰਨਾ ਚਾਹੇ ਤਾਂ ਉਸ ਨੂੰ ਕਿਸੇ ਦਾ ਵਰਨ ਵਿੱਚੋਂ ਹੋਣਾ ਜਾਂ ਵਰਨੋਂ ਬਾਹਰ ਹੋਣਾ ਨਹੀਂ ਪਸੰਦ ਹੁੰਦਾ। ਭਾਵ ਉਹ ਦਾਤ ਦੇਣ ਵੇਲੇ ਜਾਤ ਕੁਜਾਤ ਨਹੀਂ ਵੇਖਦਾ, ਜਿਸ ਨੂੰ ਚਾਹੇ ਦੇ ਦਿੰਦਾ ਹੈ। ਹੁਕਮ ਸਵਾਰੇ ਆਪਣੈ, ਚਸਾ ਨਾ ਢਿੱਲ ਕਰੇ। ਜਿਸ ਨੂੰ ਸਵਾਰਨਾ ਚਾਹੇ ਆਪਣੇ ਹੁਕਮ ਨਾਲ ਸੰਵਾਰ ਦਿੰਦਾ ਹੈ, ਤੇ ਇੱਕ ਪਲ ਦੀ ਵੀ ਦੇਰ ਨਹੀਂ ਲਾਉਂਦਾ। ਸਭ ਕੋ ਆਖੈ ਬਹੁਤ ਬਹੁਤ, ਲੈਣੈ ਕੈ ਵਿਚਾਰ। ਸੋ ਸਭ ਮੰਗਤੇ ਹਨ, ਦਾਤਾ ਕੋਈ ਨਹੀਂ। ਸਭ ਕੋਈ ਲੈਣ ਦੇ ਵਿਚਾਰ ਵਿੱਚ ਆਇਆ, ਬਹੁਤ ਹੀ ਬਹੁਤ ਮੰਗ ਰਿਹਾ ਹੈ। ਕੇਵਡ ਦਾਤਾ ਆਖੀਐ, ਦੇ ਕੈ ਰਹਿਆ ਸੁਮਾਰ। ਹੁਣ ਦੱਸੋ ਉਹ ਦਾਤਾ ਕਿਹੜਾ ਕੋ ਵੱਡਾ ਆਖੀਏ, ਜੋ ਸਭ ਨੂੰ ਦੇ ਰਿਹਾ ਹੈ ਤੇ ਜਿਸ ਦੀ ਗਿਣਤੀ ਵਿੱਚ ਸਭ ਕੋਈ ਹੈ। ਭਾਵ ਜਿਸ ਨੂੰ ਇੱਕ ਇੱਕ ਜੀਵ ਦੀ ਗਿਣਤੀ ਹੈ ਕਿ ਕੋਈ ਖਾਲੀ ਨਾ ਰਹਿ ਜਾਵੇ। ਇਉਂ ਵੀ ਭਾਵ ਅਰਥ ਦਾਨੇ ਲੈਂਦੇ ਹਨ ਕਿ ਉਸ ਦੇ ਦੇਣੇ ਦਾ ਸ਼ੁਮਾਰ ਰਹਿ ਜਾਂਦਾ ਹੈ ਕਿ ਸਾਥੋਂ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾਨਕ ਟੋਟ ਨ ਆਵਈ, ਤੇਰੇ ਜੁਗ ਹੈ ਭੰਡਾਰ। ਹੇ ਨਾਨਕ, ਤੂੰ ਸਦੀਵ ਇਸ ਸ਼ੁਕਰ ਵਿੱਚ ਰਹੋ ਕਿ ਹੇ ਪਰਵਤਗਾਰ, ਤੇਰੇ ਭੰਡਾਰੇ ਜੁਗੋ ਜੁਗ ਭਰੇ ਪਏ ਹਨ, ਜਿਨ੍ਹਾਂ ਵਿੱਚ ਤੋਟ ਕਦੇ ਆਉਂਦੀ ਹੀ ਨਹੀਂ, ਜਿਸ ਵਿੱਚੋਂ ਤੂੰ ਸਾਨੂੰ ਖੈਰ ਪਾਈ ਹੈ। ਤੇਰਾ ਸ਼ੁਕਰ ਹੈ, ਤੂੰ ਸਦਾ ਦੇਂਦਾ ਰਹੋ, ਅਸੀਂ ਲੈਂਦੇ ਰਹੀਏ। ਵਿਆਖਿਆ। ਇਸ ਸ਼ਬਦ ਦੀ ਬੰਦਿਸ਼ ਦੱਸਦੀ ਹੈ ਕਿ ਇਹ ਕਿਸੇ ਮੁਸਲਮਾਨ ਵਡਕੇ ਨਾਲ ਕੋਈ ਵਿਚਾਰ ਹੋਈ ਹੈ। ਉਸ ਨੇ ਅੱਲਾਹ ਦੀ ਹਮਦੋ ਸਨਾ ਮਹਿਮਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਤਰ੍ਹਾਂ ਅੱਲਾਹ ਨੂੰ ਜਾਣ ਲਈਦਾ ਹੈ ਤੇ ਉਸ ਦਾ ਟਿਕਾਣਾ ਲੱਭ ਲਈਦਾ ਹੈ। ਉਹ ਅਰਸ਼ਾਂ ਕੁਰਸਾਂ ਵਿੱਚ ਰਹਿੰਦਾ ਹੈ। 9ਵਾਂ 8ਵਾਂ ਅਸਮਾਨ ਜਿਸ ਨੂੰ ਕਹਿੰਦੇ ਹਨ, ਉਸ ਦਾ ਨਾਮ ਕੇਵਲ ਅੱਲਾ ਹੈ, ਹੋਰ ਕੋਈ ਨਹੀਂ। ਸੰਪਰਦਾ ਵਿੱਚ ਇਸ ਸ਼ਬਦ ਦੀ ਉਥਾਨਕਾ ਵੀ ਇਸੀ ਪ੍ਰਕਾਰ ਦੀ ਦੱਸਦੇ ਹਨ ਕਿ ਦੱਖਣ ਦੀ ਉਦਾਸੀ ਵਿੱਚ ਕਿਸੇ ਥਾਂ ਕਿਸੇ ਮੁਸਲਮਾਨ ਪ੍ਰਤ ਉਪਦੇਸ਼ ਹੋਇਆ ਹੈ। ਬਹੁਤੀ ਗੱਲੇ ਕੋਈ ਕਵਾਲੀ ਪਾ ਕੇ ਗਾਉਣ ਵਾਲੇ ਵਡਕੇ ਪ੍ਰਤ ਉਪਦੇਸ਼ ਹੈ
ਜੋ ਬੜੇ ਜ਼ੋਰ ਲਾ ਲਾ ਗਾਉਂਦੇ ਹਨ, ਪਰ ਦਿਲ ਸ਼ਰਧਾ ਭਗਤੀ ਪ੍ਰੇਮ ਵਿੱਚ ਸ਼ਾਮਲ ਨਹੀਂ ਹੁੰਦਾ। ਲੋਕੀ ਸੁਣ ਸੁਣ ਹਾਲ ਖੇਡਦੇ ਤੇ ਵਜਦ ਵਿੱਚ ਝੂਮਦੇ ਹਨ। ਜਿਸ ਪ੍ਰਤ ਗੁਰੂ ਜੀ ਦਾ ਉਪਦੇਸ਼ ਹੈ, ਉਹ ਹਮਦੋ ਸੁਨਾ ਗਾਉਂਦਾ ਹੈ, ਪਰ ਨਾਮ ਵਿੱਚ ਨਹੀਂ ਸੂ ਗੱਠਦਾ, ਤੇ ਰੱਬ ਦੇ ਅਰਬੀ ਨਾਮ ਅੱਲਾ ਨੂੰ ਹੀ ਕੇਵਲ ਨਾਮ ਆਖਦਾ ਹੈ। ਹਰ ਮੁਲਕ, ਹਰ ਦੇਸ਼, ਹਰ ਬੋਲੀ ਦੀ ਖੁੱਲ੍ਹ ਦਿਲੀ ਉਸ ਵਿੱਚ ਨਹੀਂ ਹੈ। ਫਿਰ ਇਹ ਅਰਸ਼ ਕੁਰਸ ਵਿੱਚ ਰੱਬ ਦਾ ਟਿਕਾਣਾ ਕਹਿ ਕੇ ਉਸ ਨੂੰ ਇੱਕ ਦੇਸ਼ੀ ਬਣਾ ਦਿੰਦਾ ਹੈ, ਤੇ ਉਸ ਦੀ ਸਰਬ ਵਿਆਪਕਤਾ ਨੂੰ ਨਹੀਂ ਸਮਝਦਾ। ਪਹਿਲੀ ਗੱਲ, ਇਸ ਲਈ ਪਹਿਲੋਂ ਅੰਕ 1 ਵਿੱਚ ਲੈਂਦੇ ਹਨ ਉਸ ਦੀ ਹਮਦੋ ਸੁਨਾ ਨੂੰ। ਆਖਦੇ ਹਨ, ਭਾਈ ਨਿਰਾ ਮੂੰਹ ਨਾਲ ਗਾਉਣਾ ਹੀ ਕਾਫੀ ਨਹੀਂ, ਹਮਦੋ ਸੁਨਾ ਕਰੋ, ਜਿਵੇਂ ਕਿਵੇਂ ਬਣ ਆਵੇ ਕਰੋ, ਪਰ ਐਸੀ ਕਰੋ ਕਿ ਮਨ ਵਿੱਚ ਸ਼ਾਮਲ ਹੋਵੇ। ਐਸਾ ਕਿ ਮਨ ਹੀ ਵਾਜਾ ਬਣ ਜਾਵੇ, ਜਿਵੇਂ ਸੁਰ ਹੋਏ ਸਾਜ਼। ਜਦ ਪ੍ਰਬੀਨ ਵਜੰਤਰੀ ਹੱਥੀਂ ਵੱਜਦੇ ਹਨ ਤਾਂ ਸੰਗੀਤ ਦਾ ਰੂਪ ਹੋ ਜਾਂਦੇ ਹਨ। ਸੋ ਨਿਰੀ ਰਸਨਾ ਹੀ ਨਾ ਕੀਰਤਨ ਕਰੇ, ਮਨ ਇਸ ਵਿੱਚ ਐਸਾ ਲੱਗੇ ਕਿ ਕੀਰਤਨ ਦਾ ਰੂਪ ਹੋ ਜਾਏ, ਮਾਨੋ ਉਹ ਮਨ ਉਸ ਸੰਗੀਤ ਦਾ ਸਾਜ਼ ਹੈ। ਦੂਸਰੀ ਗੱਲ, ਇਹ ਗੱਲ ਕੀਕੋਂ ਪ੍ਰਾਪਤ ਹੋਵੇ? ਫਰਮਾਉਂਦੇ ਹਨ ਕਿ ਜਿਸ ਨੂੰ ਵਜਾ ਕੇ ਕੀਰਤੀ ਸੁਣਾ ਰਹੇ ਹੋ, ਉਹ ਕਿੱਡਾ ਕੁ ਵੱਡਾ ਹੈ ਤੇ ਕਿੱਥੇ ਵਸਦਾ ਹੈ। ਇਹ ਧਰੋਵਾ ਆਪਣੇ ਅੰਦਰ ਠੀਕ ਠੀਕ ਬੰਨੋ। ਮਤਲਬ ਇਹ ਹੈ ਕਿ ਉਹ ਅਨੰਤ ਹੈ ਤੇ ਸਰਬ ਵਿਆਪੀ ਹੈ। ਤੂੰ ਉਸ ਨੂੰ ਇੱਕ ਦੇਸ਼ੀ ਸਮਝ ਰਿਹਾ ਹੈ। ਜੋ ਇੱਕ ਦੇਸ਼ੀ ਹੈ ਉਹ ਅਪਾਰ ਨਹੀਂ ਹੋ ਸਕਦਾ। ਇਸ ਆਪਣੇ ਭਾਵ ਨੂੰ ਫੇਰ ਰਹਾਉ ਵਿੱਚ ਇਉਂ ਖੋਲ੍ਹਦੇ ਹਨ ਕਿ ਹੇ ਬਾਬਾ, ਹੇ ਸਾਈਂ ਲੋਕ, ਉਹ ਜਿਸ ਨੂੰ ਤੂੰ ਅੱਲ੍ਹ ਕਹਿ ਰਿਹਾ ਹੈ, ਉਹ ਮਨੁੱਖ ਦੇ ਮਨ ਬੁੱਧੀ ਦੀ ਗਮਤਾ ਤੋਂ ਉੱਪਰ ਹੈ, ਕਿਉਂਕਿ ਉਹ ਅਪਾਰ ਭਾਵ ਬੇਹੱਦ ਹੈ। ਮਨੁੱਖ ਦੇ ਮਨ ਬੁੱਧੀ ਹੱਦ ਵਿੱਚ ਹਨ। ਹੱਦ ਵਾਲਾ ਬੇਹੱਦ ਨੂੰ ਆਪਣੇ ਜਾਣਨੇ ਦਾ ਵਿਸ਼ਾ ਨਹੀਂ ਬਣਾ ਸਕਦਾ। ਫਿਰ ਦੱਸਦੇ ਹਨ ਕਿ ਉਹ ਸੱਚਾ ਭਾਵ ਸਤ ਸਰੂਪ ਹੈ। ਉਸ ਦਾ ਰੂਪ ਹੈ ਹੋ ਕੇ ਵੀ ਉਹੀ ਤ੍ਰਿਗੁਣ ਅਤੀਤ ਤੇ ਨਿਰਾਕਾਰ ਹੈ, ਪਰ ਫਿਰ ਸ੍ਰਿਸ਼ਟੀ ਦੀ ਪਾਲਣਾ ਕਰਨੇ ਵਾਲਾ ਹੈ। ਪਾਲਣਾ ਕਰਨੇ ਵਾਲਾ ਕਹਿਣ ਵਿੱਚ ਇੱਕ ਦਾਰਸ਼ਨਿਕ ਇਤਰਾਜ਼ ਆ ਜਾਂਦਾ ਹੈ ਕਿ ਉਹ ਤਾਂ ਫਿਰ ਵਿਕਰਤੀ ਵਿੱਚ ਆਉਣ ਵਾਲਾ ਹੋ ਗਿਆ। ਤਾਂ ਦੱਸਦੇ ਹਨ ਕਿ ਹਰਗਿਜ਼ ਨਹੀਂ। ਉਸ ਦਾ ਟਿਕਾਣਾ, ਉਸ ਦਾ ਸਰੂਪ ਵਿਕਰਤੀ ਤੋਂ ਪਾਕ ਪਵਿੱਤਰ ਹੈ। ਜਿਵੇਂ ਫਰਮਾਇਆ ਹੈ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਵਾਰ ਆਸਾ ਮਹੱਲਾ ਪਹਿਲਾ। ਪੁੱਛ ਹੁੰਦੀ ਹੈ ਕਿ ਜਗਤ ਨੂੰ ਕੌਣ ਰਚ ਤੇ ਸੰਭਾਲ ਰਿਹਾ ਹੈ। ਇਸ ਪਰ ਦੱਸਦੇ ਹਨ ਕਿ ਜਗਤ ਦੀ ਰਚਨਾ ਤੇ ਜਗਤ ਦੀ ਸੰਭਾਲ ਉਸ ਦਾ ਹੁਕਮ ਕਰ ਰਿਹਾ ਹੈ। ਵਾਦੀ ਫਿਰ ਕਹਿ ਸਕਦਾ ਹੈ ਕਿ ਹੁਕਮ ਦੇਣਾ ਵੀ ਤਾਂ ਵਿਕਰਤੀ ਹੈ। ਤਾਂ ਆਪ ਜਪਜੀ ਵਿੱਚ ਦੱਸ ਚੁੱਕੇ ਹਨ ਕਿ ਹੁਕਮ ਨਾ ਕਹਿਆ ਜਾਈ, ਕਿ ਜਿਵੇਂ ਅਕਾਲ ਪੁਰਖ ਆਪ ਕਥਨੀ ਵਿੱਚ ਨਹੀਂ, ਤਿਵੇਂ ਹੁਕਮ ਕਥਨੀ ਵਿੱਚ ਨਹੀਂ ਆ ਸਕਦਾ। ਫਿਰ ਆਸਾ ਦੀ ਵਾਰ ਵਿੱਚ ਫਰਮਾਇਆ ਕਿ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਵਾਰ ਆਸਾ ਮਹੱਲਾ ਪਹਿਲਾ। ਅਰਥਾਤ ਤੂੰ ਸਤ ਹੈ ਤੇ ਤੇਰਾ ਹੁਕਮ ਵੀ ਸਤ ਹੈ। ਭਾਵ ਇਹ ਹੈ ਕਿ ਹੁਕਮ ਵਿਕਰਤੀ ਨਹੀਂ। ਅਸੀਂ ਜਦ ਹੁਕਮ ਬੋਲਦੇ ਹਾਂ ਤਾਂ ਆਪਣੇ ਦੇਸ਼ ਕਾਲ ਵਾਲੇ ਹੁਕਮ ਨੂੰ ਵਾਹਿਗੁਰੂ ਦੇ ਹੁਕਮ ਵਰਗਾ ਸਮਝ ਲੈਂਦੇ ਹਾਂ। ਉਹ ਹੁਕਮ ਹੁਕਮੀ ਵਾਂਗੂ ਦੇਸ਼ ਕਾਲ ਤੋਂ ਪਰੇ ਦੀ ਕੋਈ ਸ਼ੈ ਹੈ, ਸੋ ਉਹ ਵੀ ਅਗੰਮ ਹੈ। ਇਸ ਲਈ ਫਰਮਾਇਆ ਹੈ ਕਿ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੈ ਕੋਇ। ਸੋ ਹੁਕਮ ਦੇਣ ਵਾਲੇ ਤੇ ਹੁਕਮ ਦੀ ਕੀਮਤ ਕੋਈ ਨਹੀਂ ਪਾ ਸਕਦਾ। ਭਾਵ ਉਸ ਦੀ ਜਾਂਚ ਪੜਤਾਲ, ਉਸ ਦੀ ਸਾਂਗੋ ਪਾਂਗ ਪੂਰੀ ਸੋਝੀ, ਜੋ ਵਰਣਨ ਹੋ ਸਕੇ ਹੱਦ ਵਾਲਾ ਮਨ ਨਹੀਂ ਜਾਣ ਸਕਦਾ। ਇਸ ਲਈ ਅੰਕ 2 ਵਿੱਚ ਫਰਮਾਇਆ ਹੈ ਕਿ ਸੈਂਕੜੇ ਕਵੀ ਜਨ ਇਕੱਠੇ ਕਰ ਲਓ ਤੇ ਉਹ ਹੁਕਮ ਦੀ ਮਹਿਮਾ ਉਚਾਰਨ ਤੇ ਲਿਖਣ,
ਤਦ ਵੀ ਉਸ ਦੀ ਸਮੱਗਰ ਮਹਿਮਾ ਜੋ ਹੈ ਉਸ ਦੇ ਤਿਲ ਮਾਤਰ ਨੂੰ ਨਹੀਂ ਅੱਪੜ ਸਕਣਗੇ। ਇਸ ਦਾ ਇਹ ਭਾਵ ਨਹੀਂ ਕਿ ਕਵੀ ਜਾਣਦਾ ਕਹਿਣਾ ਤੇ ਲਿਖਣਾ ਵਿਅਰਥ ਹੈ, ਜਾਂ ਉਹ ਰੋ ਰੋ ਕੇ ਲਿਖਣਗੇ ਜਾਂ ਲਿਖ ਲਿਖ ਕੇ ਰੋਣਗੇ। ਇਸ ਦਾ ਭਾਵ ਹੈ ਕਿ ਉਸ ਦੀ ਕੀਰਤੀ ਦਾ ਜੋ ਕੁਝ ਉਹ ਕਹਿਣਗੇ ਸਮੱਗਰ ਦੇ ਸਾਹਮਣੇ ਤਿਲ ਮਾਤਰ ਹੋਵੇਗਾ, ਔਰ ਉਸ ਨਾਲ ਉਹ ਕੀਮਤ ਨਹੀਂ ਪਾ ਸਕਣਗੇ, ਭਾਵ ਜਾਚ ਕੇ ਨਹੀਂ ਦੱਸ ਸਕਣਗੇ ਕਿ ਵਾਹਿਗੁਰੂ ਐਤਨਾ ਕੋ ਜਾਂ ਇਸ ਤਰ੍ਹਾਂ ਦਾ ਹੈ। ਸ਼ਾਇਰ ਭਾਵ ਕਵੀ ਕਿਉਂ ਕਿਹਾ ਹੈ? ਸ਼ਾਇਰ ਉਸਤਤੀ ਦੇ ਛੰਦ ਰਚਦੇ ਹਨ, ਤੇ ਧੁਨੀ ਇਹ ਵੀ ਹੈ ਕਿ ਸ਼ਾਇਰ ਕਈ ਵੇਰ ਮੁਬਾਲਗੇ ਕਰਦੇ ਹਨ, ਸੋ ਸੈਂਕੜੇ ਸ਼ਾਇਰ ਸਤੁੱਤੀ ਲਿਖਣ ਤੇ ਜਿੰਨਾ ਚਾਹੋ ਮੁਬਾਲਗੇ ਕਰ ਲੈਣ, ਫਿਰ ਵੀ ਉਸ ਦੇ ਅਸਲੀ ਤੇ ਪੂਰੇ ਜਸ ਨੂੰ ਤਿਲ ਭਰ ਨਹੀਂ ਕਹਿ ਸਕਣਗੇ। ਫਿਰ ਪ੍ਰਸ਼ਨ ਹੁੰਦਾ ਹੈ ਕਿ ਕਹਿਣੇ ਵਾਲੇ ਕਿਵੇਂ ਕਹਿ ਰਹੇ ਹਨ? ਤਾਂ ਉੱਤਰ ਦਿੰਦੇ ਹਨ ਕਿ ਉਸ ਦੀ ਸੋਏ ਭਾਵ ਸ਼ੋਭਾ ਜਾਂ ਵਡਿਆਈ ਸੁਣ ਸੁਣ ਕੇ ਕਹਿ ਰਹੇ ਹਨ। ਸੁਣ ਸੁਣ ਕੇ ਕਹਿਣ ਤੋਂ ਭਾਵ ਇਹ ਨਹੀਂ ਕਿ ਐਵੇਂ ਸੁਣੀ ਸੁਣਾਈ ਅਥਵਾ ਵਡਿਆਈ ਕਹਿ ਰਹੇ ਹਨ। ਇਸ਼ਾਰਾ ਹੈ ਕਿ ਉਹ ਸਤ ਵਕਤਿਆਂ ਤੋਂ ਸੁਣ ਕੇ ਕਹਿ ਰਹੇ ਹਨ, ਕਿਉਂਕਿ ਕਹਿਣ ਵਾਲੇ ਜਗਿਆਸੂ ਜਾਂ ਸੰਤ ਜਾਂ ਪੁੱਗੇ ਹੋਏ ਗੁਰਮੁਖ ਹੁੰਦੇ ਹਨ, ਤੇ ਉਹ ਜੋ ਅਮਲ ਕਰਦੇ ਹਨ ਸਤ ਵਕਤਾ ਤੋਂ ਸੁਣੇ ਜਾਂ ਪੜ੍ਹੇ ਬਿਨਾਂ ਨਹੀਂ ਕਰਦੇ। ਜੇ ਉਸ ਵਿੱਚ ਕੁਝ ਕਮੀ ਰਹਿੰਦੀ ਹੈ ਤਾਂ ਮਨ ਦੇ ਲੱਗਣ ਤੇ ਜਿਸ ਵਿੱਚ ਲੱਗਣਾ ਹੈ ਉਸ ਦੀ ਜਥਾਵਤ ਸੇਧ ਬੰਨਣ ਵਿੱਚ ਕਮੀ ਹੁੰਦੀ ਹੈ। ਗੁਰੂ ਜੀ ਹਰੀ ਕੀਰਤਨ ਨੂੰ ਨਿਊਨ ਨਹੀਂ ਕਹਿ ਰਹੇ, ਪਰ ਉਸ ਦੀ ਯਥਾਰਥ ਕੀਮਤ ਕੂਤ ਦੱਸ ਰਹੇ ਹਨ। ਜਿਸ ਤਰ੍ਹਾਂ ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਆਸਾ ਮਹੱਲਾ ਪਹਿਲਾ। ਕਿ ਕਹਿਣੇ ਨਾਲ ਕੀਮਤ ਨਹੀਂ ਪੈਂਦੀ, ਪਰ ਕਹਿਣ ਵਾਲੇ ਹੈ ਪ੍ਰਭੂ ਤੇਰੇ ਵਿੱਚ ਸਮਾਈ ਪ੍ਰਾਪਤ ਕਰ ਲੈਂਦੇ ਹਨ। ਇਹ ਪ੍ਰਾਪਤੀ ਦਾ ਵਸੀਲਾ ਹੈ। ਅਲਪੱਗ ਦਾ ਸਵਰਗ ਨੂੰ ਆਪਣੇ ਮਨ ਬਾਣੀ ਦਾ ਵਿਸ਼ਾ ਬਣਾ ਲੈਣਾ ਨਹੀਂ ਹੈ। ਹੁਣ ਚੱਲਦਾ ਹੈ ਅੰਕ 3। ਇਸ ਵਿੱਚ ਉਸ ਫਕੀਰ ਦੀ ਜਿਸ ਨਾਲ ਵਾਰਤਾਲਾਪ ਹੋ ਰਹੀ ਹੈ, ਇਸ ਗੱਲ ਦਾ ਉੱਤਰ ਹੈ ਕਿ ਇਸਲਾਮੀ ਵੱਢ ਕੇ ਜੋ ਕਹਿ ਰਹੇ ਹਨ ਉਹਨਾਂ ਨੂੰ ਵੀ ਤੁਸੀਂ ਅਗਿਆਨੀ ਸਮਝਦੇ ਹੋ। ਸੋ ਪਹਿਲਾਂ ਆਪ ਜੀ ਉਹਨਾਂ ਵੱਡਕਿਆਂ ਦੇ ਵਿਸ਼ੇਸ਼ਣੀ ਨਾਉ ਗਿਣ ਕੇ ਦੱਸਦੇ ਹਨ ਕਿ ਉਹ ਜੋ ਵਾਹਿਗੁਰੂ ਜੀ ਅੱਗੇ ਅਰਦਾਸਾਂ ਕਰਦੇ ਤੇ ਉਸ ਦੀਆਂ ਸਿਫਤਾਂ ਪੜ੍ਹਦੇ ਹਨ, ਇਹ ਗੱਲ ਤਾਂ ਬਰਕਤਵੰਦੀ ਹੈ, ਪਰ ਇਹ ਨਾ ਸਮਝੋ ਕਿ ਉਹ ਉਸ ਅਗੰਮ ਤੇ ਅਪਾਰ ਅੱਲ੍ਹਾਹ ਦੇ ਪਾਣੀ ਹਾਰ ਹੋ ਗਏ ਹਨ, ਤੇ ਅੱਲ੍ਹਾਹ ਉਹਨਾਂ ਦੀਆਂ ਸਲਾਹਾਂ ਮਸ਼ਵਰੇ ਲੈ ਕੇ ਤੁਰਦਾ ਹੈ। ਅੱਲ੍ਹਾਹ ਸਵੈਛੰਦ ਹੈ, ਸੁਤੰਤਰ ਹੈ, ਕਿਸੇ ਤੋਂ ਨਾ ਪੁੱਛਦਾ ਹੈ ਨਾ ਸਲਾਹ ਲੈਂਦਾ ਹੈ। ਓਪਤ ਪ੍ਰਲੈ ਸਭ ਆਪ ਕਰਦਾ ਹੈ, ਕਿਸੇ ਨੂੰ ਦੇਂਦਾ ਹੈ ਤਾਂ ਕਿਸੇ ਤੋਂ ਪੁੱਛ ਕੇ ਨਹੀਂ। ਜੇ ਕਿਸੇ ਦਾ ਜੀਵ ਖਸ ਲੈਂਦਾ ਹੈ ਤਾਂ ਆਪੇ, ਜਾਂ ਕਿਸੇ ਦੀ ਅਰਦਾਸ ਬੇਨਤੀ ਸ਼ੁਕਰ ਦੀ ਭੇਟਾ ਕਬੂਲ ਕਰਦਾ ਹੈ, ਅਰਥਾਤ ਕਿਸੇ ਦੀ ਭਗਤੀ ਤੇ ਪ੍ਰੇਮ ਭਾਵਨਾ ਨੂੰ ਅੰਗੀਕਾਰ ਕਰਦਾ ਹੈ ਤਾਂ ਸੁਤੰਤਰ। ਕਿਸੇ ਦੀ ਉਸ ਵਿੱਚ ਸਲਾਹ ਨਹੀਂ ਲੈਂਦਾ, ਕਿਉਂਕਿ ਉਹ ਕਰਤਾ ਹੈ, ਉਹ ਕਾਦਰ ਹੈ, ਆਪਣੀ ਕੀਤੀ ਨੂੰ ਤੇ ਆਪਣੀ ਕੁਦਰਤ ਨੂੰ ਆਪ ਹੀ ਸਮਝਦਾ ਹੈ। ਹੋਰ ਕੋਈ ਉਸ ਜੈਸਾ ਸਰਵੱਗ ਨਹੀਂ ਜੋ ਜਾਣਦਾ ਹੋਵੇ। ਉਹ ਆਪਣੀ ਸਰਵੱਗ ਦ੍ਰਿਸ਼ਟੀ ਨਾਲ ਸਭ ਨੂੰ ਵੇਖਦਾ ਤੇ ਜਾਣਦਾ ਹੈ, ਤੇ ਜਿਸ ਨੂੰ ਚਾਹੇ ਆਪਣੀ ਸੁਤੰਤਰ ਮਿਹਰ ਵਿੱਚ ਦਿੰਦਾ ਹੈ। ਇੱਥੇ ਅੰਕ 4 ਮੁੱਕਦਾ ਹੈ। ਅੰਕ 5 ਹੁਣ ਜਾਪਦਾ ਹੈ ਕਿ ਫਕੀਰ ਦੀ ਉਸ ਗੱਲ ਦਾ ਉੱਤਰ ਦਿੰਦੇ ਹਨ ਜੋ ਉਸਨੇ ਕਿਹਾ ਸੀ ਕਿ ਰੱਬ ਅਰਸ਼ ਕੁਰਸ਼ ਵਿੱਚ ਰਹਿੰਦਾ ਹੈ ਤੇ ਅੱਲ੍ਹਾਹ ਹੀ ਉਸ ਦਾ ਨਾਮ ਹੈ, ਹੋਰ ਕੋਈ ਨਹੀਂ। ਉਸ ਦੀ ਭੁੱਲ ਇਹ ਕਹਿ ਕੇ ਸੋਧਦੇ ਹਨ ਕਿ ਉਸ ਦੇ ਵਸਣ ਦੀਆਂ ਥਾਵਾਂ ਨੂੰ ਕੌਣ ਜਾਣਦਾ ਹੈ। ਉਹ ਤਾਂ ਹਰ ਲੋਕ ਵਿੱਚ, ਹਰ ਬ੍ਰਹਿਮੰਡ ਵਿੱਚ, ਹਰ ਸ੍ਰਿਸ਼ਟੀ ਵਿੱਚ ਵਸਦਾ ਹੈ। ਉਹ ਕੋਈ ਇੱਕ ਦੇਸ਼ੀ ਹੈ ਕਿ ਕੇਵਲ ਅਰਸ਼ ਕੁਰਸ਼ ਵਿੱਚ ਵਸਦਾ ਹੈ। ਆਪ ਇਹ ਨਹੀਂ ਫਰਮਾਉਂਦੇ ਹਨ ਕਿ ਉਹ ਅਰਸ਼ ਕੁਰਸ਼ ਵਿੱਚ ਨਹੀਂ ਵਸਦਾ। ਆਪ ਇਸ ਕਰਕੇ ਦੱਸਦੇ ਹਨ ਕਿ ਉਹ ਸਾਰੇ ਬ੍ਰਹਿਮੰਡ ਵਿੱਚ ਸਰਬ ਵਿਆਪੀ ਹੈ। ਬ੍ਰਹਿਮੰਡ ਦੀਆਂ ਥਾਵਾਂ ਬੇਸ਼ੁਮਾਰ ਹਨ,
ਕੌਣ ਨਾਉ ਗਿਣ ਕੇ ਦੱਸ ਸਕਦਾ ਹੈ ਕਿ ਫਲਾਣੇ ਫਲਾਣੇ ਥਾਂ ਤੇ ਹੈ ਤੇ ਸਾਰੇ ਥਾਂ ਇਹ ਹਨ। ਕਿਨਾਇਆ ਇਹਨਾਂ ਤੋਕਾਂ ਵਿੱਚ ਇਹ ਹੈ ਕਿ ਉਹ ਸਰਬ ਵਿਆਪੀ ਹੈ। ਫੇਰ ਨਾਮ ਦੀ ਬਾਬਤ ਸੈਣਤ ਸੱਟੀ ਹੈ ਕਿ ਅੱਲ੍ਹ ਤਾਂ ਅਰਬੀ ਦਾ ਪਦ ਹੈ, ਪਰ ਧਰਤੀ ਦੇ ਦੇਸ਼ ਅਨੇਕ ਤੇ ਬੋਲੀਆਂ ਅਨੇਕ ਹਨ। ਫੇਰ ਬ੍ਰਹਿਮੰਡ ਵਿੱਚ ਜਿੱਥੇ ਜਿੱਥੇ ਜੀਵ ਸ਼੍ਰੇਣੀ ਹੈ, ਲੋਕ ਲੋਕ ਵਿੱਚ ਉਸ ਦੇ ਅੱਡ ਅੱਡ ਨਾਮ ਹੋਣਗੇ। ਸੋ ਕੌਣ ਹੈ ਜੋ ਸਾਰੇ ਨਾਵਾਂ ਨੂੰ ਗਿਣ ਕੇ ਕਹਿ ਸਕੇ ਕਿ ਅੱਲ੍ਹ ਨਾਮ ਕੁੱਲ ਦੇਸ਼ਾਂ ਖੰਡਾਂ ਬ੍ਰਹਿਮੰਡਾਂ ਦੇ ਨਾਵਾਂ ਤੋਂ ਸ਼੍ਰੇਸ਼ਟ ਹੈ, ਤੇ ਇੱਕ ਇੱਕ ਦੀ ਵਿਆਖਿਆ ਕਰਕੇ ਦੱਸੇ ਕਿ ਉਹ ਨਾਮ ਐਸ ਕਰਕੇ ਨਿਊਨ ਹਨ। ਇਸ ਲਈ ਫਰਮਾਇਆ ਹੈ, ਅੰਬੜ ਕੋਈ ਨ ਸਕਈ, ਹਉ ਕਿਸਨੋ ਪੁੱਛਣ ਜਾਓ। ਅੰਕ 6। ਹਰ ਬੋਲੀ ਵਿੱਚ ਉਸ ਦਾ ਨਾਮ ਹੈ ਤੇ ਹਰ ਬੋਲਣਹਾਰ ਆਪਣੀ ਬੋਲੀ ਦੇ ਨਾਮ ਨਾਲ ਉਸ ਨੂੰ ਯਾਦ ਕਰ ਤੇ ਸਿਫਤ ਸਲਾਹ ਵਿੱਚ ਰਚ ਸਕਦਾ ਹੈ। ਸੋ ਇਹ ਗੱਲ ਸਪਸ਼ਟ ਹੈ ਕਿ ਜਿਸ ਨੂੰ ਉਹ ਚਾਹੇ ਵਡਿਆਈ ਦੇ ਦਿੰਦਾ ਹੈ, ਉਸ ਨੂੰ ਜਾਤ ਅਜਾਤ ਅਰਬੀ ਕੇ ਹਿੰਦੀ ਜਾਤ ਜਨਮ ਕੁੱਲ ਦੀ ਕੋਈ ਵਿਖਮਤਾ ਨਹੀਂ ਹੈ। ਕਈ ਦਾਨੇ ਇਸ ਤੁਕ ਦਾ ਭਾਵ ਇਉਂ ਵੀ ਲੈਂਦੇ ਹਨ ਕਿ ਉਸ ਤੱਕ ਕਿਸੇ ਦੀ ਪਹੁੰਚ ਨਹੀਂ। ਸੋ ਮੈਂ ਪੁੱਛਣ ਕਿਸ ਕੋਲ ਜਾਵਾਂ? ਜੇ ਕਹੋ ਕਿ ਕਿਸੇ ਦੁਨੀਆ ਵਿੱਚ ਵੱਡੇ ਦੀਨਦਾਰ ਤੋਂ ਪੁੱਛ ਲਓ ਤਾਂ ਫਰਮਾਉਂਦੇ ਹਨ ਕਿ ਵਰਨਾ ਵਰਨ ਨਾ ਭਾਵਣੀ। ਜੇ ਸਾਈਂ ਕਿਸੇ ਨੂੰ ਕੁਛ ਵਡਿਆਈ ਦੇ ਦਿੰਦਾ ਹੈ ਤਾਂ ਉਹ ਆਪਣੱਤ ਵਿੱਚ ਤੇ ਆਪਣੀ ਵਡਿਆਈ ਦੇ ਅਹਿਸਾਸ ਵਿੱਚ ਆ ਜਾਂਦੇ ਹਨ ਕਿ ਇਤਨੇ ਕੇ ਜਾਤਾਂ ਤੇ ਫਿਰਕੇ ਬਣਾ ਲੈਂਦੇ ਹਨ ਤੇ ਪਿਆਰ ਕਰਨ ਦੀ ਥਾਂ ਇੱਕ ਦੂਜੇ ਨੂੰ ਅਪ੍ਰਸੰਨਤਾਈ ਨਾਲ ਤੱਕਦੇ ਹਨ। ਇਸ ਕਰਕੇ ਮੈਂ ਉਹਨਾਂ ਤੋਂ ਵੀ ਨਹੀਂ ਪੁੱਛਣ ਜਾਂਦਾ। ਮੈਂ ਤਾਂ ਇਸ ਗੱਲ ਦੀ ਟੇਕ ਧਾਰੀ ਤੇ ਕਿਨਾਏ ਨਾਲ ਫਰਮਾ ਰਹੇ ਹਨ ਕਿ ਤੁਸੀਂ ਵੀ ਧਾਰੋ ਕਿ ਸਭ ਵਡਿਆਈਆਂ ਵੱਡੇ ਪਾਤਸ਼ਾਹ ਪਰਵਦਗਾਰ ਦੇ ਹੱਥ ਵਿੱਚ ਹਨ। ਜਿਸ ਨੂੰ ਚਾਹੇ ਦੇ ਦਿੰਦਾ ਹੈ, ਉਹ ਆਪਣੇ ਹੁਕਮ ਨਾਲ ਸਭ ਨੂੰ ਰਾਹੇ ਪਾ ਲੈਂਦਾ ਹੈ, ਸੰਵਾਰ ਲੈਂਦਾ ਹੈ ਤੇ ਪਲਕੀ ਨਿਹਾਲ ਕਰ ਦਿੰਦਾ ਹੈ। ਇੱਕ ਸ਼ੈਣ ਨਹੀਂ ਲਾਉਂਦਾ। ਸੋ ਉਹ ਜੋ ਦਾਨ ਕਰਨ ਵਿੱਚ ਸਵੈਛੰਦ ਹੈ ਤੇ ਜਿਸ ਦਾ ਦਾਨ ਪ੍ਰਾਪਤ ਹੁੰਦਿਆਂ ਸ਼ੈਣ ਨਹੀਂ ਲੱਗਦੀ। ਹੁਣ ਅੰਕ 7 ਵਿੱਚ ਦੱਸਦੇ ਹਨ ਕਿ ਕੌਣ ਉਸ ਨੂੰ ਗਿਣ ਮਿਥ ਕੇ ਦੱਸੇ ਕਿ ਕਿੱਡਾ ਕੋ ਹੈ। ਦੇਖੋ ਉਸ ਦੀ ਇੱਕ ਹੋਰ ਵੱਡਤ ਕਿ ਦਾਨ ਦੇਣ ਦੇ ਨਾਲ ਉਸ ਦੀ ਚੇਤਨਤਾ ਕਿੰਨੀ ਸਰਵੱਗ ਹੈ ਕਿ ਦੇ ਰਿਹਾ ਹੈ ਤੇ ਦੇਣਾ ਸ਼ੁਮਾਰ ਵਿੱਚ ਹੈ, ਗਿਣਤੀ ਵਿੱਚ ਹੈ। ਜਿਸ ਦਾ ਭਾਵ ਇਹ ਹੈ ਕਿ ਹਰ ਜੀਵ ਉਸ ਦੀ ਸਰਵੱਗ ਕਲਾ ਦੀ ਗਿਣਤੀ ਵਿੱਚ ਹੈ, ਹਰੇਕ ਨੂੰ ਦੇ ਰਿਹਾ ਹੈ। ਉਸ ਦੀ ਦਾਤ ਤੋਂ ਵਿਰਵਾ ਕੋਈ ਨਹੀਂ ਰਹਿੰਦਾ। ਗੋਇਆ ਇਸ ਦਾਤੇ ਦੀ ਸਰਵੱਗਤਾ ਵਿੱਚ ਜੀਓ ਜੀਓ ਦੀ ਸੰਭਾਲ ਮੌਜੂਦ ਹੈ। ਲੈਣ ਵਾਲੇ ਜੀਵ ਕੀ ਕਰ ਰਹੇ ਹਨ ਤੇ ਕੀ ਕਰਨਾ ਚਾਹੀਏ, ਇਸੇ ਅੰਕ ਦੀ ਪਹਿਲੀ, ਤੀਸਰੀ ਤੇ ਦੂਸਰੀ ਤੁਕ ਵਿੱਚ ਦੱਸਦੇ ਹਨ। ਨੰਬਰ 1, ਸਭ ਕੋਈ ਲੈਣ ਲੈਣ ਦੇ ਫੁਰਨੇ ਵਿੱਚ ਹੈ। ਇਸੇ ਲੈਣ ਲੈਣ ਲਈ ਸਭ ਕੋਈ ਦਾਤਾ ਨੂੰ ਵੱਡਾ ਵੱਡਾ ਕਹਿ ਰਿਹਾ ਹੈ ਤੇ ਹੋਰ ਹੋਰ ਮੰਗ ਰਿਹਾ ਹੈ। ਪਰ ਚਾਹੀਦਾ ਇਹ ਹੈ ਕਿ ਦਾਤੇ ਦੇ ਸ਼ੁਕਰ ਵਿੱਚ ਵਸੀਏ। ਉਹ ਸ਼ੁਕਰ ਕਰਨਾ ਅਰਦਾਸ ਦੇ ਰੂਪ ਵਿੱਚ ਦੱਸਦੇ ਹਨ। ਨੰਬਰ 3, ਹੇ ਦਾਤਾ, ਤੇਰੇ ਭੰਡਾਰੇ ਜੁਗੋ ਜੁਗ ਭਰੇ ਪਏ ਹਨ, ਜਿਨ੍ਹਾਂ ਵਿੱਚ ਕਦੇ ਤੋਟ ਨਹੀਂ ਆਉਂਦੀ। ਨੰਬਰ 2, ਹੇ ਦਾਤਾ, ਤੈਨੂੰ ਕਿੱਡਾ ਆਖੀਏ, ਤੂੰ ਜੋ ਜੀ ਜੀ ਦੀ ਸੰਭਾਲ ਕਰ ਰਿਹਾ ਹੈ, ਤੂੰ ਵੱਡਾ ਹੈ, ਤੂੰ ਬੇਅੰਤ ਵੱਡਾ ਹੈ, ਤੂੰ ਵੱਡਾ ਹੈ, ਬੇਅੰਤ ਵੱਡਾ ਹੈ। ਨਿਰੁਕਤ ਆਖ ਆਖ ਦਾ ਭਾਵ ਹੈ ਕਹਿ ਕਹਿ ਕੇ, ਉਚਾਰ ਉਚਾਰ ਕੇ। ਵਾਵਣਾ ਦਾ ਭਾਵ ਹੈ ਵਜਾਉਣਾ ਦਾ ਪੁਰਾਤਨ ਪੰਜਾਬੀ ਰੂਪ ਵਾਏ ਭਾਵ ਵਜਾ ਕੇ। ਆਖ ਰਹੇ, ਇਸ ਦਾ ਭਾਵ ਹੈ ਕਿ ਲਿਵ ਲਾ ਕੇ ਆਖ ਰਹੇ ਹਨ ਪਰ ਅੰਤ ਨਹੀਂ ਲੈ ਸਕੇ। ਇੱਥੇ ਸਾਈਂ ਵਿੱਚ ਲਿਵ ਲਾਣੇ ਦਾ ਤਿਰਸਕਾਰ ਨਹੀਂ। ਉਹ ਤਾਂ ਗੁਰਬਾਣੀ ਵਿੱਚ ਸਾਚੀ ਲਿਵੈ ਬਿਨ ਦੇਹ ਨਿਮਾਣੀ, ਰਾਮਕਲੀ ਮਹੱਲਾ 3 ਆਨੰਦ ਇਹ ਕਿਹਾ ਹੈ। ਪਰ ਲਿਵ ਨਾਲ ਹੱਦ ਵਾਲਾ ਬੇਹੱਦ ਆਪਣੀ ਅਲਪੱਗ ਬੁੱਧੀ ਦਾ ਵਿਸ਼ਾ ਬਣਾ ਲਵੇ, ਇਹ ਗੱਲ ਨਹੀਂ ਹੁੰਦੀ। ਸੱਚੀ ਲਿਵ ਵਾਲਾ ਆਪ ਸਾਈਂ ਨੂੰ ਪ੍ਰਾਪਤ ਹੋ ਜਾਂਦਾ ਹੈ। ਅੱਲੋਹ ਦਾ ਭਾਵ ਹੈ ਅਰਬੀ ਵਿੱਚ ਅੱਲ੍ਹ, ਪਰਮੇਸ਼ਰ, ਪਰਮਾਤਮਾ।
ਅਗਮ ਦਾ ਭਾਵ ਹੈ ਜਿੱਥੇ ਮਨ ਦੀ ਬੁੱਧੀ ਦੀ ਪਹੁੰਚ ਨਹੀਂ। ਅਪਾਰ ਦਾ ਭਾਵ ਹੈ ਜਿਸ ਦਾ ਪਾਰ ਨਹੀਂ, ਜੋ ਹੱਦ ਬੰਨੇ ਤੋਂ ਉੱਪਰ ਅਤੇ ਬੇਅੰਤ ਹੈ। ਪਾਕ ਦਾ ਭਾਵ ਹੈ ਮੁਬਰਾ, ਭਾਵ ਖਾਲੀ, ਪਵਿੱਤਰ। ਪਰਵਦਗਾਰ ਦਾ ਭਾਵ ਹੈ ਫਾਰਸੀ ਵਿੱਚ ਪਰਵਦਗਾਰ, ਪਾਲਣ ਵਾਲਾ, ਵਿਸ਼ਵੰਪਰ। ਸ਼ਾਇਰ ਦਾ ਭਾਵ ਹੈ ਅਰਬੀ ਵਿੱਚ ਸ਼ਾਇਰ, ਕਵੀ। ਮੇਲੀਐ ਦਾ ਭਾਵ ਹੈ ਇਕੱਠੇ ਕਰੀਏ, ਸੱਦ ਬੁਲਾਈਏ। ਰੋਏ ਦਾ ਭਾਵ ਹੈ ਫਾਰਸੀ ਵਿੱਚ ਰੂਏ, ਭਾਵ ਚਿਹਰਾ, ਪਲਸ ਆਬ ਭਾਵ ਸੁੰਦਰਤਾ। ਆਬਾ, ਆਬ ਰੂਏ, ਚਿਹਰੇ ਦੀ ਆਬਾ। ਮੁਰਾਦ ਇੱਜ਼ਤ ਜਾਂ ਸ਼ੋਭਾ ਤੋਂ ਹੁੰਦੀ ਹੈ। ਰੋਏ ਪਦ ਆਬਰੂ ਦਾ ਸੰਖੇਪ ਸਹੀ ਹੁੰਦਾ ਹੈ। ਜਿਵੇਂ ਬੇਦ ਪਦ ਗੁਰੂ ਨਾਨਕ ਦੇਵ ਜੀ ਨੇ 12 ਦੇ ਅਰਥ ਵਿੱਚ ਰੱਖਿਆ ਹੈ। ਬੇ ਭਾਵ 2 ਪਲਸ ਦ ਭਾਵ 10, ਬੇਦ ਭਾਵ 12, 10 ਅਤੇ 2। ਸੰਪਰਦਾਈ ਅਰਥ ਵੀ ਹੈ ਇੱਜ਼ਤ, ਸ਼ੋਭਾ, ਜਸ। ਪ੍ਰਸੰਗਕ ਅਰਥ ਇਹੀ ਸਹੀ ਹੁੰਦਾ ਹੈ। ਨੰਬਰ 2, ਸੰਪਰਦਾ ਵਿੱਚ ਰੋਮ ਅਰਥ ਵੀ ਕਰਦੇ ਹਨ ਕਿ ਤੇਰੇ ਰੋਮ ਨੂੰ ਨਹੀਂ ਪੁੱਜ ਸਕਦੇ। ਨੰਬਰ 3, ਰੋਏ ਦਾ ਅਰਥ ਕਹਿ ਕੇ ਉਚਾਰ ਕੇ ਵੀ ਕਰਦੇ ਹਨ। ਨੰਬਰ 4, ਕੋਈ ਰੋਏ ਦਾ ਰੋਦਨ ਕਰਨਾ ਅਰਥ ਕਰਦੇ ਹਨ ਕਿ ਸ਼ਾਇਰ ਰੋ ਰੋ ਕੇ, ਪਿੱਟ ਪਿੱਟ ਕੇ ਜ਼ੋਰ ਲਾਉਣਗੇ ਪਰ ਤੇਰੇ ਤਿਲ ਮਾਤਰ ਨੂੰ ਨਹੀਂ ਪੁੱਜਣਗੇ। ਜਾਂ ਸ਼ਾਇਰ ਆਖ ਆਖ ਕੇ ਫਿਰ ਰੋਣ ਪਿੱਟਣਗੇ ਕਿ ਸਾਥੋਂ ਕੁਛ ਨਾ ਸਰਿਆ। ਪਰ ਇਹ ਅਰਥ ਖਿੱਚ ਜਾਪਦੀ ਹੈ, ਪ੍ਰਸੰਗ ਨਾਲ ਨਹੀਂ ਟੁਕਦੀ। ਸਰਵਗਤਾ ਵਰਣਨ ਕਰ ਸਕਣ ਦੀ ਕਵੀ ਦੀ ਅਸਮਰੱਥਾ ਤਾਂ ਤਿਲ ਨਾ ਪੁਜਾਵਹਿ ਵਿੱਚ ਆ ਗਈ। ਫਿਰ ਰੋਣ ਪਿੱਟਣ ਦਾ ਆਖਣਾ ਵਾਧੂ ਜਿਹਾ ਜਾਪਦਾ ਹੈ। ਕਈ ਰੋ ਪਿੱਟ ਕੇ ਤਾਂ ਮਰਸੀਏ ਕਹਿ ਸਕਦਾ ਹੈ, ਗੁਣਾਨਵਾਦ ਤਾਂ ਖੁਸ਼ੀ ਦੇ ਘਰ ਵਿੱਚ ਕਹੇਗਾ। ਕੀਮਤ ਕਹਿਣਾ ਨਾ ਪਾਈਆ ਭਾਵ ਹੈ ਦੁਨੀਆ ਦੇ ਪਦਾਰਥਾਂ ਨੂੰ ਇਥੋਂ ਤਾਈਂ ਕਿ ਹੀਰਿਆਂ ਜਵਾਹਰਾਂ ਨੂੰ ਵੀ ਜਾਂਚ ਪਰਖ ਕੇ ਮੁੱਲ ਪਾਈਦਾ ਹੈ, ਤਿਵੇਂ ਵਾਹਿਗੁਰੂ ਜੀ ਦਾ ਨਹੀਂ ਪੈ ਸਕਦਾ। ਉਹ ਬੇਹੱਦ ਜਾਚਣ ਵਾਲਾ ਹੱਦ ਵਿੱਚ, ਉਸ ਦੇ ਤੁੱਲ ਦੀ ਕੋਈ ਵਸਤੂ ਨਾ ਕਿਸ ਨਾਲ ਉਸ ਦਾ ਮੁੱਲ ਪਾਵੇ। ਸੋਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸ਼ੋਭਾ, ਪ੍ਰਾਕਿਰਤੀ ਵਿੱਚ ਸੋ, ਪੁਰਾਤਨ ਪੰਜਾਬੀ ਵਿੱਚ ਸੋਏ ਭਾਵ ਸ਼ੋਭਾ। ਪੀਰ ਪੈਗੰਬਰ ਦਾ ਭਾਵ ਹੈ ਇਹ ਸਾਰੇ ਪਦ ਅਰਬੀ ਪਾਰਸੀ ਦੇ ਹਨ। ਅਰਥ ਇਉਂ ਹਨ, ਪੀਰ ਭਾਵ ਵੱਡਾ ਸਾਧੂ, ਕਰਾਮਾਤੀ ਸੰਤ। ਪੈਗੰਬਰ ਦਾ ਭਾਵ ਅਰਬੀ ਵਿੱਚ ਰੱਬ ਦਾ ਸੁਨੇਹਾ ਲਿਆਉਣ ਵਾਲਾ, ਨਬੀ, ਰੱਬ ਦਾ ਘੱਲਿਆ ਹੋਇਆ ਮਹਾਂਪੁਰਖ। ਸਾਲਕ ਦਾ ਭਾਵ ਹੈ ਰਾਹ ਦੱਸਣ ਵਾਲਾ, ਉਹ ਫਕੀਰ ਜੋ ਮਰਿਆਦਾ ਵਿੱਚ ਵਰਤੇ ਤੇ ਲੋਕਾਂ ਨੂੰ ਰੱਬ ਦੇ ਰਸਤੇ ਪਾਵੇ। ਸਾਦਕ ਦਾ ਭਾਵ ਹੈ ਅਰਬੀ ਵਿੱਚ ਸ਼ਾਦਿਕ, ਸਿਦਕ ਵਾਲਾ, ਭਰੋਸੇ ਵਾਲਾ। ਸੋਧਾ ਦਾ ਭਾਵ ਹੈ ਅਰਬੀ ਵਿੱਚ ਸ਼ੁਹਦ, ਸ਼ਹੀਦ ਦੀ ਜਮਾ। ਪੰਜਾਬੀ ਲਹਿੰਦੇ ਦੀ ਬੋਲੀ ਵਿੱਚ ਸ਼ੁਹਦਾ ਭਲੇ ਮਾਨਸ, ਸਰਲ ਪੁਰਖ ਨੂੰ ਕਹਿੰਦੇ ਹਨ। ਸ਼ਹੀਦ ਦਾ ਅਰਥ ਹੈ ਅਰਬੀ ਵਿੱਚ ਉਗਾਹੀ ਦੇਣ ਵਾਲਾ, ਸੱਚ ਤੇ, ਜੋ ਕਿਸੇ ਅਸੂਲ ਜਾਂ ਨਿਸ਼ਚੇ ਖਾਤਰ ਜਾਨ ਦੇ ਦੇਵੇ, ਜਾਨ ਬਲੀ ਦਾਨ ਦੇ ਦੇਣ ਵਾਲਾ। ਸ਼ੇਖ ਮਸਾਇਕ ਦਾ ਭਾਵ ਹੈ ਅਰਬੀ ਵਿੱਚ ਸ਼ੈਖ ਭਾਵ ਵੱਡਾ, ਬੁੱਢਾ। ਮਸਾਇਕ ਸ਼ੇਖ ਦਾ ਬਹੁਵਚਨ ਹੈ। ਵੱਡਾ, ਬਜ਼ੁਰਗ, ਸਤਿਕਾਰਯੋਗ, ਮੁਸਲਮਾਨਾਂ ਦੀ ਇੱਕ ਜਾਤ। ਹਿੰਦੂ ਤੋਂ ਹੋਏ ਮੁਸਲਮਾਨ ਨੂੰ ਵੀ ਸ਼ੇਖ ਕਹਿ ਲੈਂਦੇ ਹਨ। ਕਾਜ਼ੀ ਦਾ ਭਾਵ ਹੈ ਅਰਬੀ ਵਿੱਚ ਕਾਜ਼ੀ ਭਾਵ ਫੈਸਲੇ ਕਰਨ ਵਾਲਾ, ਜੱਜ, ਨਿਆਇਕਰਤਾ। ਮੁਸਲਮਾਨਾਂ ਦੇ ਰਾਜ ਸਮੇਂ ਸ਼ਰਅ ਅਨੁਸਾਰ ਫੈਸਲੇ ਕਰਨ ਵਾਲਾ। ਮੁੱਲਾ ਦਾ ਭਾਵ ਹੈ ਅਰਬੀ ਵਿੱਚ ਮੁੱਲਾ, ਮੁਸਲਮਾਨਾਂ ਦੀ ਸ਼ਰਅ ਫਿਕਹ ਦਾ ਵਿਦਵਾਨ। ਪੰਜਾਬੀ ਵਿੱਚ ਮੁੱਲਾ ਮਸੀਤੇ ਬਾਂਗ ਦੇਣ ਵਾਲੇ, ਮੁੰਡੇ ਪੜ੍ਹਾਉਣ ਵਾਲੇ ਤੇ ਹੋਰ ਪ੍ਰਬੰਧ ਕਰਨ ਵਾਲੇ ਨੂੰ ਕਹਿੰਦੇ ਹਨ। ਦਰਵੇਸ਼ ਦਾ ਭਾਵ ਹੈ ਫਾਰਸੀ ਵਿੱਚ ਦਰਵੇਸ਼, ਦਰ ਪਲਸ ਆਵੇਸ਼ ਭਾਵ ਜੋ ਬੂਹੇ ਨਾਲ ਲਟਕੇ ਰੱਬ ਦੇ ਦਰਵਾਜ਼ੇ ਦੇ ਆਸਵੰਦ ਫਕੀਰ ਨੂੰ ਕਹਿੰਦੇ ਹਨ। ਹਰੀ ਜਨ, ਦਰ ਦਰਵੇਸ਼ ਭਾਵ ਦਰ ਤੇ ਹਾਜ਼ਰ ਰਹਿਣੇ ਵਾਲਾ ਤੇ ਦਰ ਨੂੰ ਚੰਬੜਿਆ ਹੋਇਆ ਸ਼ਰਧਾਵਾਨ। ਦਰੂਦ ਦਾ ਭਾਵ ਹੈ ਫਾਰਸੀ ਵਿੱਚ ਅਰਦਾਸ, ਬੇਨਤੀ, ਦੁਆ, ਰਹਿਮਤ ਲਈ ਅਰਦਾਸ। ਕਰਨ ਦਾ ਭਾਵ ਹੈ ਮੁੱਖ ਕਾਰਨ।
ਅੰਬੜ ਦਾ ਭਾਵ ਹੈ ਪੁਰਾਤਨ ਪੰਜਾਬੀ ਵਿੱਚ ਅੰਬੜਨਾ, ਨਵੀਂ ਪੰਜਾਬੀ ਅਪੜਨਾ, ਪਹੁੰਚ। ਵਰਨਾ ਵਰਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਰਨ ਭਾਵ ਚਾਰ ਜਾਤਾਂ, ਅਵਰਨ ਚਾਰ ਜਾਤਾਂ ਤੋਂ ਬਾਹਰ, ਜਾਤ ਅਜਾਤ। ਤੁਕ ਦਾ ਅਰਥ ਭਾਵ ਵਾਹਿਗੁਰੂ ਨੂੰ ਕਿਸੇ ਨੂੰ ਵਡਿਆਉਣੇ ਵੇਲੇ ਜਾਤ ਅਜਾਤ ਦੀ ਵੰਡ ਪਸੰਦ ਨਹੀਂ ਹੁੰਦੀ। ਇਉਂ ਵੀ ਦਾਨੇ ਲਾਉਂਦੇ ਹਨ, ਵਾਹਿਗੁਰੂ ਜੇ ਕਿਸੇ ਨੂੰ ਵੱਡਾ ਕਰ ਦੇਵੇ ਤਾਂ ਇੱਕ ਜਾਤ ਵਾਲਿਆਂ ਨੂੰ ਦੂਜੀ ਜਾਤ ਵਾਲੇ ਨਹੀਂ ਭਾਉਂਦੇ। ਮੈਂ ਪੁੱਛਣ ਕਿਸ ਨੂੰ ਜਾਵਾਂ। ਵਰਨਾ ਵਰਨ ਭਾਵ ਵਰਨ ਨੂੰ ਵਰਨ। ਜੇ ਵਾਹਿਗੁਰੂ ਕਿਸੇ ਨੂੰ ਵੱਡਾ ਕਰ ਦੇਵੇ ਤਾਂ ਉਸ ਵੱਡੇ ਹੋਏ ਨੂੰ ਜਾਤ ਕੁਜਾਤ ਦੀ ਵੰਡ ਨਹੀਂ ਭਾਉਂਦੀ, ਉਹ ਸਮਦ੍ਰਿਸ਼ਟਾ ਹੋ ਜਾਂਦਾ ਹੈ। ਪਰ ਪ੍ਰਸੰਗ ਚੱਲ ਰਿਹਾ ਹੈ ਵਾਹਿਗੁਰੂ ਦੇ ਦੇਣ ਵਾਲਾ। ਚਸਾ ਦਾ ਭਾਵ ਹੈ ਥੋੜਾ ਸਮਾਂ, 15 ਵਿਸੇ ਦਾ ਚਸਾ। ਸੁਮਾਰ ਦਾ ਭਾਵ ਹੈ ਫਾਰਸੀ ਵਿੱਚ ਸ਼ੁਮਾਰ ਭਾਵ ਗਿਣਤੀ, ਗਿਣਤੀ ਵਿੱਚ ਭਾਵ ਜਿਨ੍ਹਾਂ ਨੂੰ ਦੇ ਰਿਹਾ ਹੈ ਉਸ ਦੀ ਗਿਣਤੀ ਵਿੱਚ ਹਨ। ਮੁਰਾਦ ਹੈ ਕੋਈ ਵਿਰਵਾ ਨਹੀਂ ਰਹਿ ਜਾਂਦਾ, ਕਿਉਂਕਿ ਉਸ ਦੀ ਸਰਵੱਗਤਾ ਹਰੇਕ ਦੀ ਲੋੜ ਤੇ ਮੰਗ ਨੂੰ ਸੁਤੇ ਸਿੱਧ ਜਾਣਦੀ ਹੈ। ਮੁਰਾਦ ਹੈ ਕਿ ਜੀ ਜੀ ਦੀ ਸੰਭਾਲ ਕਰ ਰਿਹਾ ਹੈ। ਇਉਂ ਵੀ ਲਾਉਂਦੇ ਹਨ ਕਿ ਦੇ ਕੇ ਰਿਹਾ ਕਿ ਸ਼ੁਮਾਰ ਭਾਵ ਗਿਣਤੀ ਤੋਂ ਰਹਿ ਗਿਆ ਹੈ, ਭਾਵ ਗਿਣਤੀ ਨਹੀਂ ਕਰਦਾ। ਪ੍ਰਾਕਥਨ। ਇਸ ਸ਼ਬਦ ਵਿੱਚ ਤ੍ਰੈ ਪ੍ਰਕਾਰ ਦੀਆਂ ਇਸਤਰੀਆਂ ਦਾ ਰੂਪਕ ਲੈ ਕੇ ਵਾਹਿਗੁਰੂ ਸੰਬੰਧੀ ਤ੍ਰੈ ਪ੍ਰਕਾਰ ਦੇ ਬੰਦੇ ਲਏ ਹਨ। ਨੰਬਰ 1 ਪਖੰਡੀ ਪ੍ਰੇਮੀ, ਨੰਬਰ 2 ਸੱਚੀ ਪ੍ਰੀਤ ਵਾਲੇ, ਨੰਬਰ 3 ਗਾਫਲ। ਅੰਕ 1 ਵਿੱਚ ਪਹਿਲੇ ਹਨ, ਅੰਕ 6 ਤੱਕ ਦੂਸਰੇ ਹਨ ਤੇ ਅੰਕ 8 ਤੱਕ ਹਨ ਤੀਸਰੇ। ਮਹੱਲਾ ਪਹਿਲਾ। ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸੀਗਾਰ। ਅਰਥ ਇਸਤਰੀ ਪੱਖ ਵਿੱਚ ਸਾਰੀਆਂ ਪਤੀ ਦੀਆਂ ਇਸਤਰੀਆਂ ਹਨ, ਸਾਰੀਆਂ ਸ਼ਿੰਗਾਰ ਲਾਉਂਦੀਆਂ ਹਨ। ਗਣਤ ਗਣਾਵਣ ਆਈਆ, ਸੂਹਾ ਵੇਸ ਵਿਕਾਰ। ਪਰ ਜੋ ਆਪਣੇ ਪਿਆਰ ਦੀ ਗਿਣਤੀ ਕਰਾਉਣ ਆਈਆਂ ਹਨ, ਉਹਨਾਂ ਦਾ ਸੂਹਾ ਵੇਸ ਜੋ ਸੁਹਾਗ ਦਾ ਚਿੰਨ ਹੈ ਬੇਫਾਇਦਾ ਹੈ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਕਿਉਂਕਿ ਉਹਨਾਂ ਦਾ ਪ੍ਰੇਮ ਇਉਂ ਪਖੰਡ ਬਣ ਜਾਂਦਾ ਹੈ। ਪਖੰਡ ਦੇ ਪ੍ਰੇਮ ਨਾਲ ਪਤੀ ਨਹੀਂ ਪਾ ਸਕੀਦਾ, ਕਿਉਂਕਿ ਪਾਜ ਬਨਾਉਟ ਜੋ ਉਹਨਾਂ ਨੇ ਬਣਾਈ ਹੈ ਖੋਟ ਹੈ, ਉਸ ਖੋਟ ਦਾ ਅੰਤ ਹੁੰਦਾ ਹੈ ਖੁਆਰ ਹੋਣਾ। ਹਰ ਜੀਉ ਇਉ ਪਿਰ ਰਾਵੈ ਨਾਰ। ਸੱਚੀ ਗੱਲ ਇਹ ਹੈ ਕਿ ਜੋ ਪਤੀ ਨੂੰ ਭਾ ਜਾਵੇ ਉਹ ਸੁਹਾਗਣ ਹੈ, ਜਿਸ ਨੂੰ ਕਿ ਪਤੀ ਆਪਣੀ ਮਿਹਰ ਨਾਲ ਸੰਵਾਰ ਲੈਂਦਾ ਹੈ। ਤੁਧ ਭਾਵਨ ਸੁਹਾਗਣੀ, ਆਪਣੀ ਕਿਰਪਾ ਲਹਿ ਸੰਵਾਰ ਰਹਾਉ। ਆਪਣੀ ਮਿਹਰ ਨਾਲ ਪਤੀ ਪਰਮੇਸ਼ਰ ਉਸ ਨੂੰ ਸੰਵਾਰ ਲੈਂਦਾ ਹੈ। ਇਉਂ ਭਾਈ ਹੋਈ ਇਸਤਰੀ ਪਤੀ ਦਾ ਸਵਾਦ ਮਾਣਦੀ ਹੈ। ਰਹਾਉ। ਗੁਰ ਸਬਦੀ ਸੀਗਾਰੀਆ, ਤਨ ਮਨ ਪਿਰ ਕੈ ਪਾਸ। ਐਸੀ ਇਸਤਰੀ ਦੇ ਲੱਛਣ ਕੀ ਹਨ? ਉੱਤਰ। ਉਹ ਪੇਕੇ ਘਰ ਵਿੱਚ ਆਪਣੇ ਗੁਰੂ ਜਨਾਂ ਦੇ ਉਪਦੇਸ਼ ਨਾਲ ਸੰਵਾਰੀ ਹੋਈ ਹੁੰਦੀ ਹੈ। ਉਸ ਦਾ ਤਨ ਤੇ ਮਨ ਪਤੀ ਦੇ ਪਾਸ ਵਿਕ ਜਾਂਦਾ ਹੈ। ਦੋਏ ਕਰ ਜੋੜ ਖੜੀ ਤੱਕੈ, ਸੱਚ ਕਹੈ ਅਰਦਾਸ। ਉਹ ਪਤੀ ਦੇ ਹੁਕਮ ਨੂੰ ਦੋਏ ਹੱਥ ਜੋੜ ਕੇ ਉਡੀਕਦੀ ਖੜੀ ਰਹਿੰਦੀ ਹੈ, ਤੇ ਜੇ ਕੁਛ ਆਪ ਕਹਿਣਾ ਹੋਵੇ ਤਾਂ ਸੱਚੋ ਸੱਚ ਬੇਨਤੀ ਦੇ ਰੂਪ ਵਿੱਚ ਆਖ ਦਿੰਦੀ ਹੈ। ਲਾਲ ਰਤੀ ਸੱਚ ਭੈ ਵਸੀ, ਭਾਏ ਰਤੀ ਰੰਗ ਰਾਸ। ਉਹ ਪਹਿਲਾਂ ਪਤੀ ਦੇ ਸੱਚੇ ਭੈ ਵਿੱਚ ਵਸਦੀ ਹੈ, ਫਿਰ ਉਸ ਦੇ ਪ੍ਰੇਮ ਵਿੱਚ ਰਤੀ ਜਾਂਦੀ ਹੈ। ਇਸ ਪ੍ਰੇਮ ਦੁਆਰਾ ਉਹ ਰਾਸ ਹੋ ਜਾਂਦੀ ਹੈ। ਇਉਂ ਭੈ ਭਾਏ ਨਾਲ ਰਾਸ ਹੋਈ ਉਹ ਹੁਣ ਆਪਣੇ ਪਿਆਰੇ ਵਿੱਚ ਰਤੀ ਰਹਿੰਦੀ ਹੈ। ਪ੍ਰਿਯ ਕੀ ਚੇਰੀ ਕਾਂਡੀਐ,
ਲਾਲੀ ਮਾਨੈ ਨਾਉ। ਉਸ ਨੂੰ ਪਹਿਲਾਂ ਜਦ ਭੈ ਵਿੱਚ ਹੈ ਸੀ, ਪਤੀ ਦੀ ਦਾਸੀ ਕਹੀਦਾ ਸੀ, ਪਰ ਫੇਰ ਜਦ ਉਹ ਪਤੀ ਦੇ ਨਾਮ ਵਾਲੀ ਹੋ ਜਾਂਦੀ ਹੈ ਤਾਂ ਉਸ ਨੂੰ ਲਾਲੀ ਭਾਵ ਪਿਆਰੀ ਦੇ ਨਾਮ ਨਾਲ ਮੰਨੀਦਾ ਹੈ। ਸਾਚੀ ਪ੍ਰੀਤ ਨ ਟੁੱਟਈ, ਸਾਚੇ ਮੇਲ ਮਿਲਾਓ। ਭਾਵ ਪਤੀ ਉਸ ਨੂੰ ਮੇਰੀ ਪਿਆਰੀ ਕਰਕੇ ਬੁਲਾਉਂਦਾ ਹੈ। ਉਸ ਦੀ ਹੁਣ ਪ੍ਰੀਤ ਸੱਚੀ ਪੈ ਗਈ ਹੈ। ਸੱਚੀ ਪ੍ਰੀਤ ਟੁੱਟਦੀ ਨਹੀਂ। ਇਹ ਅਟੁੱਟ ਪ੍ਰੀਤ ਸੱਚੇ ਮੇਲ ਵਿੱਚ ਮਿਲਾਪ ਕਰ ਦਿੰਦੀ ਹੈ। ਸ਼ਬਦ ਰਤੀ ਮਨ ਵੇਦਿਆ, ਹਉ ਸਦ ਬਲਿਹਾਰੈ ਜਾਓ। ਹਾਂ, ਮੈਂ ਉਸ ਤੋਂ ਸਦਕੇ ਹਾਂ ਜਿਸ ਨੇ ਆਪਣੇ ਮਨ ਨੂੰ ਪ੍ਰੇਮ ਨਾਲ ਵਿੰਨ ਲਿਆ ਹੈ ਤੇ ਹੁਣ ਉਸ ਦੇ ਸ਼ਬਦ ਭਾਵ ਹੁਕਮ ਵਿੱਚ ਰਤੀ ਰਹਿੰਦੀ ਹੈ। ਸਾ ਧਨ ਰੰਡ ਨ ਬੈਸਈ, ਜੇ ਸਤਿਗੁਰ ਮਾਹਿ ਸਮਾਏ। ਐਸੀ ਇਸਤਰੀ ਕਦੇ ਵਿਧਵਾ ਹੋ ਕੇ ਨਹੀਂ ਬਹੇਗੀ ਜੇਕਰ ਪੇਕੇ ਘਰ ਦੇ ਗੁਰੂ ਜਨਾਂ ਦੀ ਦਿੱਤੀ ਸਿੱਖਿਆ ਵਿੱਚ ਸਮਾਈ ਰਹੇਗੀ। ਫੇਰ ਰਿਸਾਲੂ ਨਉ ਤਨੋ, ਸਾਚਉ ਮਰੈ ਨ ਜਾਏ। ਭਾਵ ਜੋ ਸਮੱਤ ਮਾਤਾ ਪਿਤਾ ਤੇ ਹੋਰ ਵੱਡਿਆਂ ਨੇ ਦਿੱਤੀ ਸੀ, ਉਸ ਦੀ ਪਾਲਣਾ ਹੁਣ ਵੀ ਕਰਦੀ ਰਹੇ। ਨਿਤ ਰਵੈ ਸੁਹਾਗਣੀ, ਸਾਚੀ ਨਦਰ ਰਜਾਏ। ਅਗਲੀਆਂ ਦੋ ਤੁਕਾਂ ਮਨੁੱਖ ਪਤੀ ਤੇ ਨਹੀਂ ਘਟਦੀਆਂ, ਇਹ ਵਾਹਿਗੁਰੂ ਪ੍ਰਥਾਏ ਹੀ ਘਟਦੀਆਂ ਹਨ। ਸਾਚ ਧੜੀ ਧਨ ਮਾਡੀਐ, ਕਾਪੜ ਪ੍ਰੇਮ ਸਿਗਾਰ। ਚੰਦਨ ਚੀਤ ਵਸਾਇਆ, ਮੰਦਰ ਦਸਵਾ ਦੁਆਰ। ਦੀਪਕ ਸ਼ਬਦ ਵਿਗਾਸਿਆ, RAM ਨਾਮ ਉਰਹਾਰ। ਨੰਬਰ 1, ਇਸਤਰੀ ਮਾਂਗ ਭਰਾਉਂਦੀ ਹੈ। ਇਸਤਰੀ ਸੁੰਦਰ ਬਸਤਰ ਪਹਿਨਦੀ ਹੈ, ਚੰਦਨ ਲੇਪ ਲਾਉਂਦੀ ਹੈ, ਮੰਦਰ ਸੋਹਣਾ ਸਜਾਉਂਦੀ ਹੈ, ਦੀਪਕ ਬਾਲਦੀ ਹੈ, ਗਲੇ ਵਿੱਚ ਹਾਰ ਪਹਿਨਦੀ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਮੱਥੇ ਤੇ ਮਣੀ ਟਿੱਕਾ ਦੌਣੀ ਆਦਿ ਗਹਿਣੇ ਪਹਿਨਦੀ ਹੈ ਸੋਹਣੀ ਲੱਗਣ ਵਾਸਤੇ। ਸੋਭਾ ਸੁਰਤ ਸੁਹਾਵਣੀ, ਸਾਚੈ ਪ੍ਰੇਮ ਅਪਾਰ। ਉਸ ਦੇ ਚਿਹਰੇ ਤੇ ਸੁਭਾਇਮਾਨਤਾ ਆ ਜਾਂਦੀ ਹੈ। ਬਿਨ ਪਿਰ ਪੁਰਖ ਨਾ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਆਪਣੇ ਪਤੀ ਨੂੰ ਪੁਰਖ ਹੋਰ ਸਭ ਨੂੰ ਇਸਤਰੀ ਸਮਝਦੀ ਹੈ। ਇਹਨਾਂ ਦੀ ਥਾਵੇਂ ਗੁਰਮੁਖ ਜੋ ਗੁਣ ਧਾਰਨ ਕਰਦਾ ਹੈ, ਅੰਕ 5 ਤੇ 6 ਵਿੱਚ ਨਾਲ ਦੇ ਕਾਲਮ ਵਿੱਚ ਦੱਸੇ ਹਨ। ਹੁਣ ਗਾਫਲ ਇਸਤਰੀ ਦਾ ਰੂਪਕ ਲੈ ਕੇ ਪਰਮੇਸ਼ਰ ਤੋਂ ਭੁਲੱਕੜ ਮਨੁੱਖ ਦਾ ਵਰਣਨ ਕਰਦੇ ਹਨ। ਨਿਸ ਅੰਧਿਆਰੀ ਸੁਤੀਏ, ਕਿਉ ਪੇਰ ਬਿਨ ਰਹਿਣ ਵਿਹਾਏ। ਹੇ ਹਨੇਰੀ ਰਾਤ ਵਿੱਚ ਸੁੱਤੀ ਹੋਈਏ, ਤੇਰੀ ਰਾਤ ਪਤੀ ਬਿਨਾ ਕਿਵੇਂ ਬੀਤ ਰਹੀ ਹੈ। ਅੰਕ ਜਲੋ ਤਨ ਜਾਲੀਓ, ਮਨ ਧਨ ਜਲ ਬਲ ਜਾਏ। ਸੜ ਜਾਏ ਤੇਰਾ ਅੰਗ ਅੰਗ, ਸਾੜ ਸੁੱਟੀ ਆਪਣਾ ਤਨ। ਤੇਰਾ ਮਨ ਤੇ ਧਨ ਵੀ ਸਾਰਾ ਸੜ ਬਲ ਜਾਵੇ। ਜਾ ਧਨ ਕੰਤ ਨ ਰਾਵੀਆ, ਤਾ ਬਿਰਥਾ ਜੋਬਨ ਜਾਏ। ਹੇ ਇਸਤਰੀ, ਜੇ ਪਤੀ ਨੇ ਤੈਨੂੰ ਭੋਗਿਆ ਨਹੀਂ ਤਾਂ ਤੇਰਾ ਜੋਬਨ ਬ੍ਰਿਥਾ ਜਾ ਰਿਹਾ ਹੈ। ਸੇਜੈ ਕੰਤ ਮਹੇਲੜੀ, ਸੂਤੀ ਬੂਝ ਨ ਪਾਏ। ਦੇਖੋ ਲੋਕੋ, ਇਸਤਰੀ ਦੀ ਸੇਜ ਉੱਤੇ ਹੀ ਪਤੀ ਮੌਜੂਦ ਹੈ। ਹਉ ਸੋਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਪਤੀ ਮੌਜੂਦ ਹੈ ਸੇਜਾ ਉੱਪਰ, ਪਰ ਇਹ ਸੂਤੀ ਹੋਈ ਉਸ ਦੀ ਸੋਝੀ ਨਹੀਂ ਪਾ ਰਹੀ। ਧਨ ਸੂਤੀ ਪਿਰ ਸਦ ਜਾ ਗੰਤਾ, ਸੂਹੀ ਮਹੱਲਾ 5ਵਾਂ। ਹੁਣ ਅਰਥ ਹੈ ਜਗਿਆਸੂ ਪੱਖ ਵਿੱਚ। ਮਹੱਲਾ ਪਹਿਲਾ। ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸਿਗਾਰ। ਸਾਰੇ ਦਿਸਦੇ ਭਲੇ ਲੋਕ ਵਾਹਿਗੁਰੂ ਜੀ ਦੇ ਜਗਿਆਸੂ ਹਨ।
ਸਾਰੇ ਵਾਹਿਗੁਰੂ ਪ੍ਰਾਪਤੀ ਵਾਲੇ ਸਾਧਨ ਕਰਦੇ ਹਨ। ਗਣਤ ਗਣਾਵਣ ਆਈਆ ਸੂਹਾ ਵੇਸ ਵਿਕਾਰ। ਪਰ ਜੋ ਸਾਧਨ ਕਰਕੇ ਲੋਕਾਂ ਵਿੱਚ ਆਪਣੀ ਗਿਣਤੀ ਕਰਾਉਂਦੇ ਹਨ ਕਿ ਅਸੀਂ ਸੰਤ ਹਾਂ, ਉਹਨਾਂ ਦੇ ਪਰਮੇਸ਼ਰ ਪ੍ਰਾਪਤੀ ਵਾਲੇ ਸਾਧਨ ਬੇਫਾਇਦਾ ਹਨ। ਪਾਖੰਡ ਪ੍ਰੇਮ ਨ ਪਾਈਐ ਖੋਟਾ ਪਾਜ ਖੁਆਰ। ਕਿਉਂਕਿ ਸਾਧਨ ਕਰਕੇ ਗਿਣਤੀ ਕਰਾਉਣੀ ਅਸਲੀ ਪ੍ਰੇਮ ਨਹੀਂ, ਇਹ ਪਖੰਡ ਦਾ ਪ੍ਰੇਮ ਹੈ। ਪਾਖੰਡ ਪ੍ਰੇਮ ਦੇ ਨਾਲ ਵਾਹਿਗੁਰੂ ਨਹੀਂ ਮਿਲਦਾ। ਪਾਖੰਡ ਦਾ ਪ੍ਰੇਮ ਇੱਕ ਬਨਾਵਟ ਹੁੰਦੀ ਹੈ। ਅੰਦਰ ਤਾਂ ਆਪਣੀ ਸ਼ੋਭਾ ਦੀ ਭੁੱਖ ਹੁੰਦੀ ਹੈ ਤੇ ਉਤੋਂ ਮੁਲੰਮਾ ਹੁੰਦਾ ਹੈ ਪ੍ਰੇਮ ਦਾ। ਸੋ ਬਨਾਵਟ ਖੋਟ ਹੁੰਦੀ ਹੈ, ਖੋਟ ਦਾ ਅੰਤ ਹੁੰਦਾ ਹੈ ਖੁਆਰ ਹੋਣਾ। ਕਿਉਂਕਿ ਪਾਖੰਡ ਦਾ ਪਾਜ ਅੰਤ ਉਗੜ ਜਾਂਦਾ ਹੈ। ਹਰ ਜੀਉ ਇਉ ਪਿਰ ਰਾਵੈ ਨਾਰ। ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ। ਪਰ ਹੇ ਹਰ ਜੀਉ, ਸੱਚੀ ਗੱਲ ਇਹ ਹੈ ਕਿ ਜੋ ਤੈਨੂੰ ਭਾ ਜਾਣ ਉਹੀ ਹਨ ਗੁਰਮੁਖ, ਜਿਨ੍ਹਾਂ ਨੂੰ ਤੂੰ ਆਪਣੀ ਮਿਹਰ ਨਾਲ ਸੰਵਾਰ ਲੈਂਦਾ ਹੈ। ਇਉਂ ਦਾ ਸਮਰਿਆ ਗੁਰਮੁਖ ਵਾਹਿਗੁਰੂ ਪ੍ਰਾਪਤੀ ਦਾ ਰਸ ਮਾਣਦਾ ਹੈ। ਰਹਾਉ। ਪ੍ਰਸ਼ਨ, ਐਸੇ ਗੁਰਮੁਖ ਦੇ ਲੱਛਣ ਕੀ ਹਨ? ਉੱਤਰ, ਗੁਰ ਸਬਦੀ ਸੀਗਾਰੀਆ ਤਨ ਮਨ ਪਿਰ ਕੈ ਪਾਸ। ਉਹ ਜਗਿਆਸੂ ਗੁਰੂ ਦੇ ਉਪਦੇਸ਼ ਦੀ ਕਮਾਈ ਨਾਲ ਸੁਸ਼ੋਭਿਤ ਹੋ ਜਾਂਦਾ ਹੈ। ਉਸ ਦਾ ਤਨ ਤੇ ਮਨ ਪਿਰ ਭਾਵ ਪਰਮੇਸ਼ਰ ਅਰਪਣ ਹੋ ਜਾਂਦਾ ਹੈ। ਦੋਏ ਕਰ ਜੋੜ ਖੜੀ ਤਕੈ ਸੱਚ ਕਹੈ ਅਰਦਾਸ। ਉਹ ਪਰਮੇਸ਼ਰ ਦੇ ਹੁਕਮ ਨੂੰ ਸਾਵਧਾਨਤਾ ਤੇ ਨਿਮਰਤਾ ਨਾਲ ਉਡੀਕਦਾ ਹੈ ਤੇ ਆਪਣੀ ਲੋੜ ਸੱਚੀ ਬੇਨਤੀ ਦੇ ਰੂਪ ਵਿੱਚ ਪ੍ਰਭੂ ਨੂੰ ਕਹਿੰਦਾ ਹੈ। ਇਹ ਪ੍ਰਾਪਤੀ ਇਉਂ ਹੁੰਦੀ ਹੈ ਕਿ ਪਹਿਲਾਂ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ। ਪਹਿਲਾਂ ਉਹ ਪਤੀ ਦੇ ਭੈ ਵਸੀ ਅਰਥਾਤ ਭੈ ਵਿੱਚ ਵਸਦਾ ਹੈ, ਫਿਰ ਉਸ ਦੇ ਭਾਏ ਰਤੀ ਭਾਵ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ। ਇਸ ਰੰਗ ਰਸ ਭਾਵ ਪ੍ਰੇਮ ਦੁਆਰਾ ਉਹ ਰਾਸ ਭਾਵ ਸ਼ੁੱਧ ਹੋ ਜਾਂਦਾ ਹੈ। ਇਉਂ ਅੰਦਰੋਂ ਬਾਹਰੋਂ ਸ਼ੁੱਧ ਹੋਇਆ ਉਹ ਆਪਣੇ ਲਾਲ ਰਤੀ ਭਾਵ ਪਿਆਰੇ ਦੇ ਪ੍ਰੇਮ ਵਿੱਚ ਹੁਣ ਸਦਾ ਰਤਾ ਰਹਿੰਦਾ ਹੈ। ਪ੍ਰਿਯ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ਉਸ ਨੂੰ ਪਹਿਲਾਂ ਜਦੋਂ ਕਿ ਉਹ ਭੈ ਵਿੱਚ ਸੀ ਪਰਮੇਸ਼ਰ ਦਾ ਦਾਸ ਕਹੀਦਾ ਸੀ, ਜਦ ਉਹ ਨਾਮ ਨੂੰ ਮੰਨਣ ਕਰ ਲੈਂਦਾ ਹੈ ਤਦ ਉਸ ਨੂੰ ਪਰਮੇਸ਼ਰ ਦਾ ਪਿਆਰਾ ਇਸ ਨਾਉ ਨਾਲ ਮੰਨੀਦਾ ਭਾਵ ਸਤਿਕਾਰੀਦਾ ਹੈ। ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ। ਹੁਣ ਉਹ ਗੁਰਮੁਖ ਹੋ ਗਿਆ ਹੈ, ਉਸ ਦੀ ਪਰਮੇਸ਼ਰ ਨਾਲ ਪ੍ਰੀਤ ਸੱਚੀ ਪੈ ਗਈ ਹੈ ਜੋ ਫਿਰ ਟੁੱਟਦੀ ਨਹੀਂ। ਸੋ ਉਸ ਟੁੱਟ ਪ੍ਰੀਤ ਨਾਲ ਉਸ ਦਾ ਸੱਚੇ ਮੇਲ ਵਿੱਚ ਮਿਲਾਪ ਹੋ ਗਿਆ। ਸ਼ਬਦ ਰਤੀ ਮਨ ਬੇਦਿਆ ਹਉ ਸਦ ਬਲਿਹਾਰੈ ਜਾਓ। ਮੈਂ ਉਸ ਗੁਰਮੁਖ ਤੋਂ ਸਦਾ ਸਦਕੇ ਜਾਵਾਂ ਜਿਸ ਇਉਂ ਆਪਣੇ ਮਨ ਨੂੰ ਪ੍ਰੇਮ ਨਾਲ ਵਿੰਨ ਲਿਆ ਹੈ ਤੇ ਹੁਣ ਸਦਾ ਸ਼ਬਦ ਨਾਮ ਵਿੱਚ ਰਤਾ ਰਹਿੰਦਾ ਹੈ। ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ। ਹੁਣ ਉਹ ਗੁਰਮੁਖ ਕਦੇ ਵਾਹਿਗੁਰੂ ਤੋਂ ਵਿਛੜਿਆ ਹੋਇਆ ਨਹੀਂ ਹੋਵੇਗਾ, ਪਰ ਤਾਂ ਜੇ ਪਰਮੇਸ਼ਰ ਨੂੰ ਪ੍ਰਾਪਤ ਹੋ ਕੇ ਵੀ ਸਤਿਗੁਰੂ ਵਿੱਚ ਸਮਾਇਆ ਰਹੇ। ਫਿਰ ਰੀ ਸਾਲੂ ਨੌਤਨੋ ਸਾਚੋ ਮਰੈ ਨ ਜਾਏ। ਭਾਵ ਪਰਮਾਤਮ ਦੇਵ ਨੂੰ ਪਾ ਕੇ ਵੀ ਸਤਿਗੁਰੂ ਤੋਂ ਬੇਮੁਖ ਨਾ ਹੋਵੇ ਤੇ ਉਸ ਦੀ ਸੁਮਤੀ ਵਿੱਚ ਤੁਰਦਾ ਰਹੇ। ਪਰਮੇਸ਼ਰ ਆਨੰਦ ਸਰੂਪ ਹੈ, ਸਦਾ ਤਰੋ ਤਾਜ਼ਾ ਨਵਾਂ ਨਰੋਆ ਹੈ। ਉਹ ਸਤ ਸਰੂਪ ਹੈ, ਨਾ ਮਰਦਾ ਹੈ ਨਾ ਜੰਮਦਾ ਹੈ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਸੋ ਸੁਹਾਗਣ ਰੂਪੀ ਪਰਮੇਸ਼ਰ ਨੂੰ ਮਿਲਿਆ ਗੁਰਮੁਖ ਉਸ ਦੇ ਮੇਲ ਦੇ ਸੁੱਖ ਨੂੰ ਸਦਾ ਮਾਣਦਾ ਹੈ। ਹਾਂ, ਉਹ ਗੁਰਮੁਖ ਕੇ ਜਿਸ ਉੱਪਰ ਉਸ ਦੀ ਸੱਚੀ ਮਿਹਰ ਦ੍ਰਿਸ਼ਟੀ ਆਪਣੀ ਰਜਾ ਨਾਲ ਹੋ ਗਈ ਹੈ।
ਸਾਚ ਧੜੀ ਧਨ ਮਾਡੀਐ, ਕਾਪੜ ਪ੍ਰੇਮ ਸਿਗਾਰ। ਸੁਹਾਗਵੰਤੀ ਪ੍ਰੈ ਦੀ ਪਿਆਰੀ ਹੋ ਗਈ ਇਸਤਰੀ ਦੇ ਨਿਤ ਰਵਣ ਦੇ ਸਾਮਾਨਾਂ ਦੇ ਰੂਪਕ ਜਗਿਆਸੂ ਦੀ ਆਤਮਿਕ ਰਹੁ ਰੀਤ ਦੱਸਦੇ ਹਨ। ਗੁਰਮੁਖ ਰੂਪ ਇਸਤਰੀ ਇੱਕ ਸੱਚ ਦੀ ਵਰਤੋਂ ਨੂੰ ਮਾਂਗ ਭਰਨ ਦੀ ਥਾਵੇਂ ਆਪਣੀ ਸਜਾਵਟ ਬਣਾਉਂਦੀ ਹੈ। ਨੰਬਰ 2, ਸੁੰਦਰ ਕੱਪੜੇ ਪਹਿਨਣੇ ਦੀ ਥਾਂ ਪ੍ਰੇਮ ਕਰਨੇ ਦਾ ਸ਼ਿੰਗਾਰ ਕਰਦੀ ਹੈ। ਚੰਦਨ ਚੀਤ ਵਸਾਇਆ, ਮੰਦਰ 10ਵਾਂ ਦੁਆਰ। ਨੰਬਰ 3, ਚਿੱਤ ਵਿੱਚ ਪਰਮੇਸ਼ਰ ਨੂੰ ਵਸਾਈ ਰੱਖਣੇ ਦਾ ਚੰਦਨ ਲਾਉਂਦੀ ਹੈ। ਨੰਬਰ 4, ਤੇ ਘਰ ਬਣਾਉਣ ਫਬਾਉਣੇ ਦੀ ਥਾਵੇਂ 10ਵੇਂ ਦੁਆਰ ਨੂੰ ਆਪਣੀ ਬ੍ਰਿਤੀ ਅਰੂੜਤਾ ਦਾ ਘਰ ਬਣਾਉਂਦੀ ਹੈ। ਦੀਪਕ ਸ਼ਬਦ ਵਿਗਾਸਿਆ, RAM ਨਾਮ ਉਰਹਾਰ। ਉਸ ਘਰ ਵਿੱਚ ਸ਼ਬਦ ਦੁਆਰਾ ਦੀਵਾ ਬਾਲਣ ਦਾ ਚਾਨਣ ਕਰਦੀ ਹੈ ਤੇ ਹਾਰ ਦੀ ਥਾਵੇਂ RAM ਨਾਮ ਨੂੰ ਗਲੇ ਦਾ ਹਾਰ ਬਣਾਉਂਦੀ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਮੱਥੇ ਉੱਤੇ ਮਣੀ, ਦੌਣੀ ਟਿੱਕਾ ਆਦਿ ਦੀ ਥਾਵੇਂ ਪਿਆਰ ਕਰਦੀ ਹੈ, ਭਾਵ ਸਰਬੱਤ ਦਾ ਭਲਾ ਚਿਤਵਦੀ ਹੈ। ਇਹ ਉਸ ਦੀ ਸੁੰਦਰਤਾ ਹੈ ਜੋ ਨਾਰੀ ਅੰਦਰ ਭਾਵ ਹੋਰਨਾਂ ਵਿੱਚ ਲੋਕਾਂ ਵਿੱਚ ਪ੍ਰਗਟ ਹੁੰਦੀ ਹੈ। ਸੋਭਾ ਸੁਰਤ ਸੁਹਾਵਣੀ, ਸਾਚੈ ਪ੍ਰੇਮ ਅਪਾਰ। ਉਸ ਦੀ ਸੁਭਾਇਮਾਨਤਾ ਇਹ ਹੁੰਦੀ ਹੈ ਕਿ ਉਸ ਦੀ ਸੁਰਤ ਸੱਚੇ ਤੇ ਅਪਾਰ ਪਰਮੇਸ਼ਰ ਦੇ ਪ੍ਰੇਮ ਵਿੱਚ ਸੋਹਣੀ ਹੋ ਜਾਂਦੀ ਹੈ। ਬਿਨ ਪਿਰ ਪੁਰਖ ਨ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਸੱਚੇ ਗੁਰੂ ਦੇ ਹਿੱਤ ਤੇ ਪਿਆਰ ਦੁਆਰਾ ਉਸ ਨੇ ਜੋ ਸਿੱਖਿਆ ਲਈ ਹੈ ਇਹ ਹੈ ਕਿ ਉਹ ਹੁਣ ਆਪਣੇ ਪਤੀ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਪੁਰਖ ਹੀ ਨਹੀਂ ਸਮਝਦੀ। ਹੁਣ ਗਾਫਲ ਇਸਤਰੀ ਦਾ ਰੂਪਕ ਲੈ ਕੇ ਪਰਮੇਸ਼ਰ ਤੋਂ ਭੁਲੱਕੜ ਮਨੁੱਖ ਦਾ ਵਰਣਨ ਕਰਦੇ ਹਨ। ਨਿਸ ਅੰਧਿਆਰੀ ਸੁਤੀਏ, ਕਿਉ ਪਿਰ ਬਿਨ ਰਹਿਣ ਵਿਹਾਏ। ਹੇ ਅਵਿਦਿਆ ਦੇ ਅੰਧਕਾਰ ਵਿੱਚ ਗਾਫਲ ਹੋ ਰਹੇ ਮਨੁੱਖ, ਤੇਰੀ ਉਮਰਾ ਪਰਮੇਸ਼ਰ ਪ੍ਰੀਤੀ ਬਿਨਾ ਕਿਵੇਂ ਬੀਤ ਰਹੀ ਹੈ। ਅੰਕ ਜਲਉ ਤਨ ਜਾਲੀਓ, ਮਨ ਧਨ ਜਲ ਬਲ ਜਾਓ। ਤੇਰਾ ਧਨ ਮਨ ਤਨ ਹਾਂ ਤੇਰਾ ਅੰਗ ਅੰਗ ਸਭ ਸੜ ਜਾਏ, ਭਾਵ ਕਿਸੇ ਕੰਮ ਨਹੀਂ। ਜਾ ਧਨ ਕੰਤ ਨ ਰਾਵੀਆ, ਤਾ ਬਿਰਥਾ ਜੋਬਨ ਜਾਏ। ਜਦ ਕਿ ਤੈਨੂੰ ਪਰਮੇਸ਼ਰ ਨੇ ਆਪਣਾ ਰਸ ਨਹੀਂ ਬਖਸ਼ਿਆ ਤਾਂ ਤੇਰਾ ਮਨੁੱਖਾ ਜਨਮ ਬਿਰਥਾ ਜਾ ਰਿਹਾ ਹੈ। ਸੇਜੈ ਕੰਤ ਮਹੇਲੜੀ, ਸੂਤੀ ਬੂਝ ਨ ਪਾਏ। ਹੇ ਗਾਫਲ ਮਨੁੱਖ, ਦੇਖ ਤੇਰੇ ਅੰਤःਕਰਨ ਵਿੱਚ ਪਰਮੇਸ਼ਰ ਵਸ ਰਿਹਾ ਹੈ, ਪਰ ਤੂੰ ਅਵਿਦਿਆ ਵਿੱਚ ਗਾਫਲ ਹੈ, ਤੈਨੂੰ ਉਸ ਦੀ ਸੋਝੀ ਨਹੀਂ ਪੈਂਦੀ। ਹਉ ਸੁਤੀ ਪਿਰ ਜਾਗਣਾ, ਕਿਸ ਕਉ ਪੁੱਛੋ ਜਾਏ। ਹੁਣ ਆਪ ਗਾਫਲ ਨੂੰ ਉਪਦੇਸ਼ ਕਰਦੇ ਕਰਦੇ ਆਪਣੇ ਤੇ ਆ ਜਾਂਦੇ ਹਨ। ਮੈਂ ਪਰਮੇਸ਼ਰ ਰੂਪੀ ਪੁਰਖ ਦੀ ਇਸਤਰੀ ਸੁੱਤੀ ਪਈ ਹਾਂ, ਪਰ ਪਤੀ ਰੂਪ ਪਰਮੇਸ਼ਰ ਸਦਾ ਜਾਗਣੇ ਵਾਲਾ ਹੈ। ਮੈਂ ਕਿਸ ਨੂੰ ਪੁੱਛਾਂ ਕਿ ਇਸ ਦਾ ਦਾਰੂ ਕੀ ਹੈ। ਜਦ ਮੈਂ ਸਤਿਗੁਰੂ ਜੀ ਨੂੰ ਜਾ ਕੇ ਪੁੱਛਿਆ, ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਤਾਂ ਉਸ ਨੇ ਮੈਨੂੰ ਪਹਿਲੋਂ ਪ੍ਰਭੂ ਦੇ ਭੈ ਵਿੱਚ ਵਸਾ ਦਿੱਤਾ। ਫਿਰ ਉਸ ਨੇ ਪ੍ਰੇਮ ਮੇਰਾ ਸਖਾ ਬਣਾ ਕੇ ਪ੍ਰਭੂ ਨਾਲ ਮੈਨੂੰ ਮਿਲਾ ਦਿੱਤਾ। ਕਹਿੰਦੇ ਹਨ ਨਾਨਕ ਗੁਰੂ ਜੀ, ਅਰਥਾਤ ਉੱਤਮ ਪੁਰਖ ਦੁਆਰਾ ਉਪਦੇਸ਼ ਕਰਦੇ ਹਨ ਕਿ ਸ਼ਰਨ ਲਓ ਗੁਰੂ ਕੀ, ਤੇ ਭੈ ਭਾਏ ਧਾਰਨ ਕਰਕੇ ਮਿਲ ਪਾਓ। ਵਿਆਖਿਆ। ਇਸ ਸ਼ਬਦ ਵਿੱਚ ਤ੍ਰੈ ਤਰ੍ਹਾਂ ਦੀ ਇਨਸਾਨੀ ਹਾਲਤ ਦੱਸੀ ਹੈ। ਰੂਪਕ ਲਿਆ ਹੈ ਇਸਤਰੀ ਦਾ। ਇੱਕ ਤਾਂ ਪਤੀ ਨੂੰ ਪ੍ਰਸੰਨ ਕਰਨ ਦੇ ਸਾਧਨ ਕਰ ਰਹੀ ਹੈ, ਪਰ ਪਿਆਰ ਅੰਦਰ ਕੋਈ ਨਹੀਂ। ਲੋਕਾਂ ਵਿੱਚ ਕੰਤ ਪਿਆਰੀ ਸਦਾਉਣ ਵਾਲਿਆਂ ਦੀ ਗਿਣਤੀ ਵਿੱਚ ਆਪ ਨੂੰ ਲਿਆਉਣਾ ਪ੍ਰਯੋਜਨ ਹੈ, ਇਹ ਪਾਖੰਡ ਹੁੰਦਾ ਹੈ। ਇਸ ਦਾ ਅੰਤ ਪਤੀ ਪ੍ਰਾਪਤੀ ਨਹੀਂ,
ਪਰ ਖੁਆਰੀ ਹੁੰਦਾ ਹੈ। ਇਸੀ ਤਰ੍ਹਾਂ ਪਖੰਡ ਰਚ ਕੇ ਸਾਧਨ ਕਰਨੇ ਤੇ ਲੋਕਾਂ ਵਿੱਚ ਸੰਤ ਕੀ, ਮਹਾਤਮਾ ਗਿਆਨੀ ਕੀ ਭਗਤ ਸਦਾਉਣੇ ਦਾ ਫਲ ਖੁਆਰੀ ਹੁੰਦਾ ਹੈ। ਇੱਥੇ ਵੀ ਤੇ ਅੱਗੇ ਵੀ ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਵਿਸ਼ਾ ਅੰਕ 1 ਵਿੱਚ ਹੈ। ਅੱਗੇ ਰਹਾਉ ਹੈ। ਉਸ ਵਿੱਚ ਦੱਸਦੇ ਹਨ ਕਿ ਜੀਵਾਂ ਦਾ ਸੁਧਾਰ ਤੇਰੀ ਮਿਹਰ ਵਿੱਚ ਹੈ। ਜਿਨ੍ਹਾਂ ਨੂੰ ਤੂੰ ਸਵਾਰੇ ਉਹ ਪਰਮੇਸ਼ਰ ਪ੍ਰਾਪਤੀ ਦਾ ਆਨੰਦ ਮਾਣਦੇ ਹਨ। ਤੇ ਦੱਸਿਆ ਹੈ ਕਿ ਉਹ ਇਉਂ ਆਨੰਦ ਮਾਣਦੇ ਹਨ, ਅਰਥਾਤ ਉਹਨਾਂ ਦੇ ਲੱਛਣ ਇਹ ਹਨ। ਅੰਕ 2 ਵਿੱਚ ਲੱਛਣ ਇਉਂ ਦੱਸੇ ਹਨ। ਨੰਬਰ 1, ਉਹ ਗੁਰ ਉਪਦੇਸ਼ ਪ੍ਰਾਪਤ ਕਰਦੇ ਤੇ ਉਸ ਤੇ ਅਮਲ ਕਰਕੇ ਤਨ ਮਨ ਪ੍ਰਭੂ ਨੂੰ ਅਰਪਦੇ ਹਨ। ਨੰਬਰ 2, ਫਿਰ ਜੀਵਨ ਯਾਤਰਾ ਵਿੱਚ ਉਸ ਦੀ ਆਗਿਆ ਵਿੱਚ ਰਜਾ ਵਿੱਚ ਤੁਰਦੇ ਹਨ। ਨੰਬਰ 3, ਜੇ ਲੋੜ ਹੋਵੇ ਤਾਂ ਉਸ ਦੇ ਅੱਗੇ ਅਰਦਾਸ ਕਰਦੇ ਹਨ। ਨੰਬਰ 4, ਇਸ ਤਰ੍ਹਾਂ ਉਸ ਦੇ ਭੈ ਵਿੱਚ ਵਸਦੇ ਪ੍ਰੇਮ ਵਿੱਚ ਆਰੂੜ ਹੋ ਜਾਂਦੇ ਹਨ। ਨੰਬਰ 5, ਪ੍ਰੇਮ ਦੁਆਰਾ ਸ਼ੁੱਧ ਹੋ ਜਾਂਦੇ ਹਨ। 6ਵੀਂ ਗੱਲ ਇਹ ਦੱਸੀ ਹੈ ਕਿ ਜੋ ਪਹਿਲੇ ਚੇਰੀ ਕਹੀ ਦੀ ਸੀ, ਲਾਲੀ ਪਿਆਰੀ ਕਰਕੇ ਪੁਕਾਰੀ ਜਾਂਦੀ ਹੈ, ਕਿਉਂਕਿ ਉਹ ਸੱਚੇ ਦੇ ਮੇਲ ਵਿੱਚ ਭਾਵ ਵਸਲ ਵਿੱਚ ਹੋ ਜਾਂਦੀ ਹੈ। ਭਾਵ ਇਹ ਕਿ ਜਗਿਆਸੂ ਜੋ ਪਰਮੇਸ਼ਰ ਦਾ ਦਾਸ ਸਦੀਂਦਾ ਸੀ, ਹੁਣ ਉਸ ਨੂੰ ਪਰਮੇਸ਼ਰ ਜੀ ਆਪਣਾ ਪਿਆਰਾ ਆਖਦੇ ਹਨ। ਮਾਨੋ ਦਾਸ ਪੁੱਤ ਪਦਵੀ ਨੂੰ ਪਹੁੰਚ ਗਿਆ ਹੈ। ਇੱਥੇ ਅੰਕ 3 ਮੁੱਕਦਾ ਹੈ। ਅੰਕ 4 ਵਿੱਚ ਦੱਸਿਆ ਹੈ ਕਿ ਇਹ ਕੁਛ ਪ੍ਰਾਪਤ ਹੋ ਕੇ ਫੇਰ ਵੀ ਸਰੀਰ ਹੁੰਦਿਆਂ ਤੱਕ ਸਤਿਗੁਰੂ ਦਾ ਲੜ ਨਹੀਂ ਛੱਡਣਾ ਚਾਹੀਦਾ। ਲੜ ਫੜੇ ਹੋਏ ਸਦਾ ਨਵਤਨ ਪਤੀ ਦੇ ਰਵਣ ਸਿਮਰਨ ਵਿੱਚ ਰਹਿਣਾ ਹੀ ਸ਼੍ਰੇਸ਼ਟ ਹੈ। ਇਸ ਦਾ ਕਾਰਨ ਇਹ ਹੈ, ਬ੍ਰਿਤੀਆਂ ਬ੍ਰਹਮਾਕਾਰ ਰਹਿਣ। ਜੇ ਇਹ ਸਖਣੀਆਂ ਹੋਈਆਂ ਤਾਂ ਆਤਮ ਰਸ ਨਹੀਂ ਰਹੇਗਾ। ਸੋ ਗੁਰੂ ਦਾ ਸਤਸੰਗ ਤੇ ਬ੍ਰਿਤੀਆਂ ਵਿੱਚ ਬ੍ਰਹਮ ਦਾ ਨਿਵਾਸ ਗਿਆਨ ਪਾ ਕੇ ਵੀ ਜ਼ਰੂਰੀ ਹੈ। ਅੰਕ 5ਵੇਂ ਵਿੱਚ ਦੱਸਿਆ ਹੈ ਕਿ ਪਤੀ ਨੂੰ ਪ੍ਰਾਪਤ ਹੋਈ ਤੇ ਜੋ ਸਤਿਗੁਰ ਦੇ ਲੜ ਤੋਂ ਵੱਖਰੀ ਨਹੀਂ ਹੋਈ ਤੇ ਸਿਮਰਨ ਨਹੀਂ ਛੱਡ ਬੈਠੀ, ਅਰਥਾਤ ਜਿਸ ਦੀ ਬ੍ਰਿਤੀ ਵਿੱਚ ਵੀ ਵਾਹਿਗੁਰੂ ਆਰੂੜ ਰਹਿੰਦਾ ਹੈ, ਉਸ ਦੀ ਨਿਤ ਕਿਰਿਆ ਕੀ ਹੁੰਦੀ ਹੈ ਤੇ ਉਸ ਦੀ ਪ੍ਰੀਤ ਕਿਸ ਦਰਜੇ ਦੀ ਹੁੰਦੀ ਹੈ। ਅੰਕ 6 ਇੱਥੇ ਮੁੱਕਦਾ ਹੈ। ਅੰਕ 7 ਅਤੇ 8 ਵਿੱਚ ਗਾਫਲ ਜੀਵ ਲਏ ਹਨ, ਜੋ ਮੋਹ ਮਾਇਆ ਵਿੱਚ ਫਾਥੇ ਪਰਮਾਰਥ ਪ੍ਰਾਪਤੀ ਦੇ ਸ਼ੌਕ ਵੱਲੋਂ ਮਾਨੋ ਸੁੱਤੇ ਹੋਏ ਜੀਵਨ ਬਸਰ ਕਰਦੇ ਹਨ। ਇਹ ਜੀਵਨ ਬ੍ਰਿਥਾ ਦੱਸਦੇ ਹਨ ਤੇ ਇਲਾਜ ਅੰਤਲੀ ਤੁਕ ਵਿੱਚ ਦੱਸਦੇ ਹਨ। ਸਤਿਗੁਰੂ ਨੂੰ ਮਿਲਣਾ, ਉਸ ਤੋਂ ਵਾਹਿਗੁਰੂ ਜੀ ਦੇ ਭੈ ਦੀ ਜਾਚ ਸਿੱਖਣੀ, ਫਿਰ ਵਾਹਿਗੁਰੂ ਜੀ ਨੂੰ ਮਿਲ ਪੈਣਾ। ਨਿਰੁਕਤ ਕੰਤ ਦਾ ਭਾਵ ਹੈ ਪਤੀ। ਕੰਤ ਦੀਆਂ ਮਹੇਲੀਆ ਦਾ ਭਾਵ ਹੈ ਅਰਬੀ ਵਿੱਚ ਮਹਿਲ ਤੋਂ, ਸੰਸਕ੍ਰਿਤੀ ਵਿੱਚ ਮਹਿਲਾ ਤੋਂ ਇਸਤਰੀਆਂ ਵਹੁਟੀਆਂ। ਗਣਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਗਣ ਭਾਵ ਗਿਣਨਾ ਗਿਣਤੀ। ਸ਼ੁਮਾਰ ਵਿੱਚ ਲਿਆਉਣਾ ਭਾਵ ਹੈ ਲੋਕਾਂ ਵਿੱਚ ਇਹ ਖਿਆਲ ਫੈਲੇ ਕਿ ਇਹ ਸੱਚੀ ਮੁੱਚੀ ਦੀਆਂ ਸਹੇਲੀਆਂ ਹਨ। ਸੂਹਾ ਦਾ ਭਾਵ ਹੈ ਲਾਲ ਰੰਗ, ਜੈਸਾ ਕਿ ਕਸੁੰਬੇ ਵਿੱਚੋਂ ਨਿਕਲਦਾ ਹੈ। ਇਹ ਸੁਹਾਗਣਾ ਪਹਿਨਦੀਆਂ ਹਨ। ਇਸ ਤੋਂ ਭਾਵ ਲਿਆ ਜਾਂਦਾ ਹੈ ਮਾਇਆ ਦਾ ਰੰਗ, ਜੋ ਕਸੁੰਬੇ ਦੇ ਰੰਗ ਵਾਂਗੂ ਪਾਏਦਾਰ ਨਹੀਂ। ਵੇਸ ਦਾ ਭਾਵ ਹੈ ਲਿਬਾਸ। ਪਾਖੰਡ ਸੰਸਕ੍ਰਿਤੀ ਵਿੱਚ ਪਾਖੰਡ ਭਾਵ ਪਖੰਡ ਕਰਨ ਵਾਲਾ, ਦਿਖਾਵਾ, ਡਿੰਬ। ਪਾਜ ਦਾ ਭਾਵ ਹੈ ਪੰਜਾਬੀ ਵਿੱਚ ਕਿਸੇ ਧਾਤ ਉੱਤੇ ਸੋਨੇ ਦਾ ਵਰਕ ਚਾੜ੍ਹਨਾ, ਜੋ ਉਹ ਸੋਨਾ ਹੋ ਦਿਸੇ। ਮੁਲੰਮਾ ਭਾਵ ਹੈ ਬਣਾਵਟ, ਦਿਖਾਵਾ। ਰਾਵੈ ਦਾ ਭਾਵ ਹੈ ਭੋਗਦੀ ਹੈ, ਰਸ ਮਾਣਦੀ ਹੈ। ਇਉਂ ਵੀ ਅਰਥ ਲਾਉਂਦੇ ਹਨ, ਪਿਰ ਰੌਂਦਾ ਹੈ ਨਾਰ ਨੂੰ। ਸੁਹਾਗਣੀ ਦਾ ਭਾਵ ਹੈ ਸੁਹਾਗਣ, ਪਤੀ ਵਾਲੀ, ਜਿਸ ਤੇ ਪਤੀ ਪ੍ਰਸੰਨ ਹੈ। ਪਹਿਲੇ ਅੰਕ ਵਿੱਚ ਮਹੇਲੀਆ ਪਦ ਬਹੁਵਚਨ ਹੈ। ਇਸ ਤੋਂ ਜਾਪਦਾ ਹੈ ਕਿ ਰਹਾਉ ਵਿੱਚ ਸੁਹਾਗਣੀ ਪਦ ਵੀ ਬਹੁਵਚਨ ਹੈ, ਪਰ ਪਦ ਨਾਰ ਇੱਕ ਵਚਨ ਪਿਆ ਹੈ। ਇਸੀ ਤਰ੍ਹਾਂ ਅਗਲੀ ਤੁਕ ਵਿੱਚ ਸਿਗਾਰੀਆ ਪਦ ਬਹੁਵਚਨ ਨਹੀਂ ਹੈ।
ਇਸ ਕਰਕੇ ਸਿਗਾਰੀਆ ਦਾ ਅਰਥ ਹੈ ਸਿੰਗਾਰੀ ਹੋਈ, ਤੇ ਇਸ ਪਦ ਨੂੰ ਸਿੰਗਾਰੀਆਂ ਕਰਕੇ ਨਹੀਂ ਪੜ੍ਹਨਾ। ਇਸੇ ਤਰ੍ਹਾਂ ਸੁਹਾਗਣੀ ਨੂੰ ਸੁਹਾਗਣੀ ਕਰਕੇ ਨਹੀਂ ਸਮਝਣਾ। ਪਰ ਜੋ ਸੁਹਾਗਣੀ ਦਾ ਅਰਥ ਹੈ ਸੁਹਾਗਣ ਇੱਕ ਵਚਨ ਵਿੱਚ, ਅੱਗੇ ਚੱਲ ਕੇ ਤੱਕੈ ਕਿਰਿਆ ਵੀ ਇੱਕ ਵਚਨ ਹੈ। ਲਾਲ ਦਾ ਭਾਵ ਹੈ ਲਾਲ ਵਿੱਚ, ਪਿਆਰੇ ਵਿੱਚ। ਹਿੰਦੀ ਲਾਲਣ ਭਾਵ ਪਿਆਰਾ, ਪੰਜਾਬੀ ਵਿੱਚ ਲਾਲ ਭਾਵ ਪਿਆਰਾ। ਲਾਲ ਰਤੀ ਭਾਵ ਪਿਆਰੇ ਵਿੱਚ ਰਤੀ ਹੋਈ। ਭੈ ਵਸੀ ਦਾ ਭਾਵ ਹੈ ਭੈ ਡਰ ਵਿੱਚ ਵਸੀ, ਜੋ ਪਰਮੇਸ਼ਰ ਦਾ ਡਰ ਮੰਨੇ। ਭਾਏ ਰਤੀ ਦਾ ਭਾਵ ਹੈ ਪ੍ਰੇਮ ਵਿੱਚ ਰੰਗੀ ਹੋਈ, ਪ੍ਰੇਮਮਈ। ਰੰਗ ਰਾਸ ਦਾ ਭਾਵ ਹੈ ਪ੍ਰੇਮ ਨਾਲ ਸਿੱਧੀ ਹੋ ਕੇ, ਜਿਸ ਦੇ ਮਨ ਦੇ ਵਾਲ ਵਿੰਗ ਤੇ ਭੁਲੇਵੇਂ ਪ੍ਰੇਮ ਨੇ ਦੂਰ ਕਰ ਦਿੱਤੇ ਹਨ, ਸ਼ੁੱਧ। ਕਾਂਡੀਏ ਦਾ ਭਾਵ ਹੈ ਕਹੀ ਦੀ ਹੈ। ਲਾਲੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਲਾਲ ਭਾਵ ਲਾਡ, ਹਿੰਦੀ ਵਿੱਚ ਲਾਲਣ ਭਾਵ ਪਿਆਰਾ, ਪੰਜਾਬੀ ਵਿੱਚ ਲਾਲੀ ਭਾਵ ਪਿਆਰੀ। ਪੰਜਾਬੀ ਵਿੱਚ ਲਾਲੀ ਪਦ ਹੁਣ ਤੱਕ ਪਿਆਰੀ ਲਈ ਵਰਤਦੇ ਹਨ। ਵੇਦਿਆ ਦਾ ਭਾਵ ਹੈ ਵਿੰਨਿਆ ਗਿਆ। ਸਾਧਨ ਦੇਖੋ ਪੰਨਾ 422 ਇਸਤਰੀ। ਰਿਸਾਲੂ ਦਾ ਭਾਵ ਹੈ ਰਸ ਵਾਲਾ, ਰਸਮਈ ਭਾਵ ਸੁੰਦਰ। ਨੌਤਨੋਂ ਦਾ ਭਾਵ ਹੈ ਹਿੰਦੀ ਵਿੱਚ ਨੂਤਨ, ਨਵਾਂ ਜੋ ਕਦੇ ਬੁੱਢਾ ਨਾ ਹੋਵੇ, ਤਰੋ ਤਾਜ਼ਾ ਸਦਾ ਨਵਾਂ। ਧੜੀ ਦਾ ਭਾਵ ਹੈ ਹਿੰਦੀ ਵਿੱਚ ਬੁੱਲਾਂ ਤੇ ਲਾਈ ਮੱਸੀ। ਮਾਂਗ ਭਰਨੀ, ਸਿਰ ਦੇ ਵਾਲਾਂ ਵਿੱਚ ਚੀਰਨੀ ਕੱਢ ਕੇ ਜੋ ਸੰਧੂਰ ਭਰੀਦਾ ਹੈ, ਪੱਟੀਆਂ ਕਰਨ ਨੂੰ ਵੀ ਕਹਿ ਲੈਂਦੇ ਹਨ। ਮਾਡੀਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਧਾਤੂ ਮੱਡ, ਹਿੰਦੀ ਵਿੱਚ ਮਾਂਡਣਾ। ਸਜਾਈਏ, ਦਾਨੇ ਮੁਰਾਦ ਟਿੱਕਾ ਦਾਉਣੀ ਆਦਿ ਮਣੀਆਂ ਨਾਲ ਜੜਤ ਗਹਿਣੇ ਤੋਂ ਲੈਂਦੇ ਹਨ, ਪਰ ਮਸਤਕ ਮਣੀ ਅੱਗੇ ਚੱਲ ਕੇ ਮੱਥੇ ਦਾ ਗਹਿਣਾ ਦੱਸਿਆ ਹੈ। ਸੋਭਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸ਼ੋਭਾ, ਸ਼ੋਭਾਇਮਾਨਤਾ, ਸੁੰਦਰਤਾ। ਸੋਹਣਿਆਂ ਦੇ ਚਿਹਰੇ ਪਰ ਜੋ ਕ੍ਰਾਂਤੀ ਦਮਕ ਦੇਂਦੀ ਹੈ। ਇਸੀ ਤਰ੍ਹਾਂ ਜਦ ਅੰਦਰ ਸੁਰਤ ਉੱਚੇ ਘਰ ਹੋਵੇ ਤਾਂ ਚਿਹਰੇ ਪਰ ਦਮਕ ਆ ਜਾਂਦੀ ਹੈ, ਉਹ ਹੈ ਸ਼ੋਭਾ। ਪੁਰਖ ਦਾ ਭਾਵ ਇੱਥੇ ਅਰਥ ਮਰਦ ਦਾ ਹੈ। ਹੋਰ ਸਭ ਮਰਦਾਂ ਨੂੰ ਇਸਤਰੀ ਸਮਝਦੀ ਹੈ, ਆਪਣੇ ਪਤੀ ਨੂੰ ਕੇਵਲ ਮਰਦ ਜਾਣਦੀ ਹੈ। ਇਸੀ ਤਰ੍ਹਾਂ ਗੁਰਮੁਖ ਆਪਣੇ ਪਰਮੇਸ਼ਰ ਨੂੰ ਪਾਰ ਬ੍ਰਹਮ ਪਰਮੇਸ਼ਰ ਆਪਣਾ ਪੂਜ ਸਮਝਦਾ ਹੈ, ਹੋਰ ਦੇਵੀ ਦੇਵਤੇ ਆਦਿ ਨੂੰ ਪਰਮੇਸ਼ਰ ਨਹੀਂ ਸਮਝਦਾ। ਨਿਸ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਨਿਸ਼ਾ ਭਾਵ ਰਾਤ, ਰਾਤ ਭਾਵ ਅਵਿਦਿਆ। ਅੰਧਿਆਰੀ ਦਾ ਭਾਵ ਹੈ ਹਨੇਰੇ ਵਾਲੀ, ਕਾਲੀ ਭਾਵ ਅਗਿਆਨ ਵਾਲੀ। ਅੰਕ ਦਾ ਭਾਵ ਹੈ ਅੰਗ, ਸਰੀਰ, ਪਰ ਅੱਗੇ ਪਿਆ ਹੈ ਤਨ ਜਾਲੀਆਹੋ, ਸਰੀਰ ਨੂੰ ਜਾਲ ਦੇਈ। ਇਸ ਕਰਕੇ ਅੰਕ ਪਦ ਦਾ ਮਤਲਬ ਹੈ ਅੰਗ ਅੰਗ। ਸਰੀਰ ਸਮੁੱਚਾ ਨਾ ਸੜੇ, ਅੰਗ ਅੰਗ ਕਰਕੇ ਸੜੇ। ਇਹ ਥੂਣੀ ਖੰਡਨ ਨਿਆਏ ਵਾਂਗੂ ਜ਼ੋਰ ਨਾਲ ਕਿਹਾ ਹੈ। ਸਖਾਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਖਾ ਭਾਵ ਮਿੱਤਰ, ਸਖਾ ਬਣਾ ਕੇ, ਮਿੱਤਰ ਬਣਾ ਕੇ। ਸਖਾਏ ਦਾ ਅਰਥ ਸਿਖਾ ਕੇ ਵੀ ਹੋ ਸਕਦਾ ਹੈ ਕਿ ਪ੍ਰੇਮ ਦੀ ਸੰਥਿਆ ਸਿਖਾ ਕੇ, ਪਰ ਤਦ ਸਿਖਾਏ ਪਦ ਦਾ ਰੂਪ ਸਿਖਾਏ ਚਾਹੀਦਾ ਸੀ।